ਤਾਂ ਸਟੂਡੈਂਟਸ ਅੱਜ ਅਸੀਂ ਆਪਣੇ ਸਿਲੇਬਸ ਦਾ ਸੈਕਿੰਡ ਐਸੇ ਲੈਸਨ ਨੰਬਰ 2 ਜਿਸ ਦਾ ਨਾਮ ਹੈ ਦਾ ਸਟੋਰੀ ਆਫ ਸ਼੍ਰੀ ਰਾਮਾ's ਐਗਜ਼ਾਈਲ ਇਹ ਪੜਨ ਜਾ ਰਹੇ ਹਾਂ। ਇੰਪੋਰਟੈਂਟ ਲੈਸਨ ਹੈ ਬੇਟਾ ਕਿਉਂਕਿ ਇਹ ਜਿਹੜਾ ਲੈਸਨ ਹੈ ਸਾਡੀ ਹਿਸਟਰੀ ਦੇ ਨਾਲ ਇਤਿਹਾਸ ਦੇ ਨਾਲ ਸੰਬੰਧ ਰੱਖਦਾ ਹੈ। ਸ਼੍ਰੀ ਰਾਮਾ ਤੁਹਾਨੂੰ ਪਤਾ ਹੈ ਰਾਮਾਇਣ ਦੇ ਸ਼੍ਰੀ ਰਾਮਚੰਦਰ ਜੀ ਹੋਏ ਨੇ ਤੇ ਉਹਨਾਂ ਦੇ ਬਾਰੇ ਹੈ ਤੇ ਸ਼੍ਰੀ ਰਾਮਾਜ਼ ਦਾ ਮਤਲਬ ਰਾਮਚੰਦਰ ਜੀ ਦੇ ਐਗਜ਼ਾਈਲ ਬਾਰੇ ਹੈ। ਨਾਓ ਐਗਜ਼ਾਈਲ ਦਾ ਮਤਲਬ ਹੁੰਦਾ ਬੇਟਾ ਬਨਵਾਸ। ਹੁਣ ਤੁਸੀਂ ਸਾਰੇ ਜਣਿਆਂ ਨੇ ਰਾਮਾਇਣ ਸੀਰੀਅਲ ਦੇਖਿਆ ਹੋਏਗਾ ਕਿਉਂਕਿ ਪਿਛਲੇ ਸਾਲ ਵੀ ਇਹ 에ਅਰ ਹੋਇਆ ਸੀ ਲੋਕਡਾਊਨ ਦੇ ਟਾਈਮ 'ਚ। ਵੈਸੇ ਤਾਂ ਬਹੁਤ ਪੁਰਾਣਾ ਸੀਰੀਅਲ ਹੈ ਤੇ ਉਸ ਦੇ ਵਿੱਚ ਜੇ ਤੁਸੀਂ ਇਹ ਦੇਖਿਆ ਹੋਣਾ ਤਾਂ ਸ਼੍ਰੀ ਰਾਮਚੰਦਰ ਜੀ ਨੂੰ ਜੋ ਕਿ ਦਸ਼ਰਥ ਜੀ ਦੇ ਬੇਟੇ ਸੀ ਸਭ ਤੋਂ ਵੱਡੇ, ਤਾਂ ਉਹਨਾਂ ਨੂੰ 14 ਸਾਲ ਦੇ ਲਈ ਬਨਵਾਸ ਤੇ ਜਾਣਾ ਪਿਆ ਸੀ। ਤਾਂ ਹੁਣ ਉਹ ਕਿਉਂ ਜਾਣਾ ਪਿਆ ਉਹਦੇ ਪਿੱਛੇ ਇੱਕ ਸਟੋਰੀ ਹੈ ਜੋ ਇਸ ਚੈਪਟਰ ਦੇ ਵਿੱਚ ਦੱਸੀ ਗਈ ਹੈ। ਤਾਂ ਐਗਜ਼ਾਈਲ ਸ਼ਬਦ ਦਾ ਮਤਲਬ ਹੈ ਬਨਵਾਸ। ਬਨਵਾਸ ਦਾ ਮਤਲਬ ਵਣਾ ਜਾ ਕੇ ਰਹਿਣਾ, ਘਰ ਦਾ ਸਾਰਾ ਸੁੱਖ ਮੋਹ ਤਿਆਗ ਕੇ ਵਨ 'ਚ ਜਾ ਕੇ ਜੰਗਲ 'ਚ ਜਾ ਕੇ ਰਹਿਣਾ। ਤਾਂ ਉਸ ਦੀ ਸਟੋਰੀ ਹੈ ਜੀ ਇਹ ਲੈਸਨ ਨੰਬਰ 2। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਬੇਟਾ ਕਿ ਲੈਸਨ ਦੇ ਸ਼ੁਰੂਆਤ ਦੇ ਵਿੱਚ ਇੱਕ ਪੂਰੀ ਗਲੋਸਰੀ ਹੁੰਦੀ ਆ। ਦੇਖੋ ਕਾਫੀ ਸਾਰੇ ਵਰਡਸ ਹੈ, ਇਹ ਸਾਰੇ ਵਰਡਸ ਇਸ ਚੈਪਟਰ ਦੇ ਵਿੱਚ ਆਏ ਨੇ। ਚੈਪਟਰ ਥੋੜਾ ਜਿਹਾ ਵੱਡਾ ਹੈ, ਆਪਾਂ ਕੋਸ਼ਿਸ਼ ਕਰਾਂਗੇ ਕਿ 2 ਸਿਟਿੰਗ ਦੇ ਵਿੱਚ ਆਪਾਂ ਇਸ ਨੂੰ 2 ਕਲਾਸਿਸ ਦੇ ਵਿੱਚ ਆਪਾਂ ਇਸ ਨੂੰ ਕਵਰ ਕਰੀਏ। ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ। ਤਾਂ ਜਿਵੇਂ ਜਿਵੇਂ ਚੈਪਟਰ ਮੈਂ ਤੁਹਾਨੂੰ ਸਮਝਾਉਂਗਾ ਬੇਟਾ ਤਾਂ ਤੁਸੀਂ ਹਜੇ ਤਾਂ ਸਮਝੋ ਕਿਉਂਕਿ ਤੁਸੀਂ ਹੁਣ ਲਾਈਵ ਕਲਾਸ ਲਾ ਰਹੇ ਹੋ ਮੇਰੇ ਨਾਲ। ਹਜੇ ਤਾਂ ਤੁਸੀਂ ਇਸ ਨੂੰ ਸਮਝੋ। ਇਸ ਦੀ ਮੈਂ ਰਿਕਾਰਡਿੰਗ ਵੀ ਕਰ ਰਿਹਾ ਤਾਂ ਉਸ ਦਾ ਮੈਂ ਲਿੰਕ ਤੁਹਾਨੂੰ ਬਾਅਦ 'ਚ ਭੇਜ ਦੂੰਗਾ ਤੇ ਫਿਰ ਤੁਸੀਂ ਇਸ ਦੀ ਗਲੋਸਰੀ ਲਿਖਣੀ ਹੈ ਚੈਪਟਰ ਦੀ। ਤਾਂ ਹੁਣ ਤੱਕ ਬੇਟਾ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਆਪਣੇ ਇਸ ਇੰਗਲਿਸ਼ ਇਲੈਕਟਿਵ ਕਲਾਸ 11 ਦੇ ਟੋਟਲ 2 ਪੋਇਮਸ ਕਰ ਚੁੱਕੇ, ਦਾ ਵੇ ਆਫ ਪੋਇਟਰੀ ਕਰ ਚੁੱਕੇ, ਤਾਂ ਡਾਊਨਹਿਲ ਜਿਹੜੀ ਵਾਲਾ ਪੋਇਮ ਸੀ ਉਹ ਵੀ ਆਪਾਂ ਲਾਸਟ ਟਾਈਮ ਕਰ ਚੁੱਕੇ ਤੇ ਇੱਕ ਸਾਡੀ ਸਟੋਰੀ 2 ਸਟੋਰੀਜ਼ ਹੋ ਚੁੱਕੀਆਂ ਸਾਡੀਆਂ, ਦਾ ਰੀਅਲ ਪ੍ਰਿੰਸੈਸ ਐਂਡ ਗੁਲੀਵਰਸ ਇਨ ਲਿਲੀਪੁਟ ਇਹ ਹੋ ਚੁੱਕਿਆ ਤੇ ਇੱਕ ਸਾਡਾ ਐਸੇ ਵੀ ਹੋ ਚੁੱਕਿਆ ਦਾ ਯੰਗ ਅਕਬਰ। ਤਾਂ ਹੁਣ ਅਸੀਂ ਦੂਸਰਾ ਐਸੇ ਕਰਨ ਜਾ ਰਹੇ ਹਾਂ। ਇਹ ਸਾਰੇ ਜਿਹੜੇ ਚੈਪਟਰਸ ਦਾ ਮੈਂ ਨਾਮ ਲਿਆ ਬੇਟਾ ਇਹ ਤੁਹਾਡੇ ਪਹਿਲੇ ਬਾਈ ਮੰਥਲੀ ਸਿਲੇਬਸ ਦੇ ਵਿੱਚ ਸ਼ਾਮਲ ਹੈ, ਮਤਲਬ ਕਿ ਅਪ੍ਰੈਲ ਐਂਡ ਮਈ ਦੇ ਸਿਲੇਬਸ ਦੇ ਵਿੱਚ ਸ਼ਾਮਲ ਹੈ ਜਿਸ ਦਾ ਟੈਸਟ ਤੁਹਾਡਾ ਜੂਨ ਜਾਂ ਜੁਲਾਈ 'ਚ ਹੋਏਗਾ। ਤਾਂ ਇਸ ਨੂੰ ਨਾਲ ਕਵਰ ਕਰਦੇ ਰਹੋ, ਆਪਣੀਆਂ ਨੋਟਬੁੱਕਸ ਦੇ ਵਿੱਚ ਨੋਟ ਕਰਦੇ ਰਹੋ ਕਿਉਂਕਿ ਮੈਂ ਤਾਂ ਅੱਗੇ ਅੱਗੇ ਤੁਹਾਨੂੰ ਕਰਵਾਈ ਜਾ ਰਿਹਾ ਸਾਰਾ ਸਿਲੇਬਸ ਤੁਹਾਡਾ। ਤਾਂ ਚਲੋ ਜੀ ਅਸੀਂ ਹੁਣ ਆਪਣੀ ਇਹ ਵਾਲਾ ਜਿਹੜਾ ਚੈਪਟਰ ਹੈ ਸ਼ੁਰੂ ਕਰਦੇ ਹਾਂ। ਤਾਂ ਹੁਣ ਇਹ ਸਟੋਰੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਦਸ਼ਰਥ ਜੋ ਰਾਮਚੰਦਰ ਜੀ ਦੇ ਫਾਦਰ ਹੈ, ਜੋ ਯੋਧਿਆ ਦੇ ਰਾਜੇ ਹੈ, ਉਹਨਾਂ ਨੇ ਰਾਮਚੰਦਰ ਨੂੰ ਬੁਲਾ ਕੇ ਇਹ ਕਹਿਤਾ ਸੀ ਕਿ ਤੂੰ ਹੁਣ 14 ਸਾਲ ਵਨਵਾਸ ਤੇ ਜਾਏਗਾ। ਤੇ ਸ਼੍ਰੀ ਰਾਮਚੰਦਰ ਬਹੁਤ ਹੀ ਆਗਿਆਕਾਰੀ ਬੱਚੇ ਆ, ਆਪਣਾ ਬੇਟਾ ਹੈ ਤਾਂ ਉਸਨੇ ਕਿਹਾ ਠੀਕ ਹੈ ਪਿਤਾ ਜੀ ਜਿਵੇਂ ਤੁਸੀਂ ਕਿਹਾ ਉਵੇਂ ਹੋਏਗਾ। ਉਸ ਤੋਂ ਬਾਅਦ ਫਿਰ ਉਹ ਇਹ ਗੱਲ ਦੀ ਸੂਚਨਾ ਦੇਣ ਆਪਣੀ ਜੋ ਮਾਂ ਹੈ ਮਾਤਾ ਜੀ ਕੁਈਨ ਕੁਸ਼ਲਿਆ ਉੱਥੇ ਜਾਂਦੇ ਆ। ਤਾਂ ਰਾਮਾ ਵੈਂਟ ਟੂ ਕੁਈਨ ਕੁਸ਼ਲਿਆਜ਼ ਮੈਂਸ਼ਨ। ਮੈਂਸ਼ਨ ਦਾ ਮਤਲਬ ਤੁਸੀਂ ਮਹਿਲ ਨੂੰ ਕਹਿ ਸਕਦੇ ਹੋ ਜਾਂ ਵੱਡੇ ਸਾਰੇ ਮਹਿਲ ਦੇ ਵਿੱਚ ਛੋਟੀ ਜਿਹੀ ਜਿਹੜੀ ਬਿਲਡਿੰਗ ਹੁੰਦੀ ਹੈ ਜਿਸ ਦੇ ਵਿੱਚ ਰਾਣੀ ਰਹਿੰਦੀ ਹੈ ਜਾਂ ਫਿਰ ਰਾਜਕੁਮਾਰ ਵਗੈਰਾ ਰਹਿੰਦੇ ਨੇ, ਥੋੜੇ ਥੋੜੇ ਹਿੱਸੇ ਬਿਲਡਿੰਗ ਦੇ, ਉਹਨੂੰ ਆਪਾਂ ਮੈਂਸ਼ਨ ਕਹਿੰਦੇ ਹਾਂ। ਤਾਂ ਛੋਟੇ ਮਹਿਲ ਨੂੰ ਤੁਸੀਂ ਕਹਿ ਸਕਦੇ ਹੋ। ਤਾਂ ਰਾਮਾ ਆਪਣੀ ਮਾਤਾ ਜੀ ਕੁਈਨ ਕੁਸ਼ਲਿਆ, ਤੁਹਾਨੂੰ ਪਤਾ ਹੈ ਦਸ਼ਰਥ ਦੀਆਂ 3 ਵਾਈਫ ਸੀਗੀਆਂ ਬੱਚਿਓ, 3 ਪਤਨੀਆਂ ਸੀ। ਸਭ ਤੋਂ ਵੱਡੀ ਕੁਸ਼ਲਿਆ, ਕੇਕਈ ਤੇ ਸੁਮਿਤਰਾ 3 ਸੀਗੀਆਂ। ਤਾਂ ਕੁਸ਼ਲਿਆ ਦੇ ਬੇਟੇ ਸੀਗੇ ਰਾਮ। ਤਾਂ ਰਾਮਚੰਦਰ ਉੱਥੇ ਜਾਂਦੇ ਆ। ਹੁਣ ਇੱਥੇ ਨਾ ਕਈ ਬੱਚੇ ਕਹਿੰਦੇ ਨੇ ਕਿ ਇਹ ਰਾਮਾ ਹੈ, ਪਿੱਛੇ ਇਹ ਪਿਆ ਹੋਇਆ ਇਹਨੂੰ ਆਪਾਂ ਰਾਮਾ ਪੜਾਂਗੇ। ਐਵੇਂ ਨਹੀਂ ਹੁੰਦਾ ਬੱਚਿਓ। ਬੇਸਿਕਲੀ ਕੀ ਹੈ ਕਿ ਇਹ ਸਾਇਲੈਂਟ ਹੁੰਦਾ, ਆਪਾਂ ਇਹਨੂੰ ਰਾਮ ਹੀ ਪੜਾਂਗੇ। ਇਹ ਇੰਗਲਿਸ਼ ਦੇ ਵਿੱਚ ਹੁੰਦਾ ਹੈ ਕਿ ਇਹ ਨਾਲ ਇਹ ਵਰਡ ਲਗਾ ਦਿੱਤੇ ਜਾਂਦੇ ਲੇਕਿਨ ਆਪਾਂ ਪੜਨ ਚ ਆਪਾਂ ਇਹਨੂੰ ਰਾਮ ਹੀ ਪੜਾਂਗੇ। ਮੈਨੀ ਵਿਜ਼ਿਟਰਸ ਵਰ ਅਸੈਂਬਲਡ देयर। ਹੁਣ ਉੱਥੇ ਬਹੁਤ ਸਾਰੇ ਮਿਲਣ ਵਾਲੇ ਇਕੱਠੇ ਹੋਏ ਹੋਏ ਸੀ, ਵਿਜ਼ਿਟਰਸ ਮਿਲਣ ਵਾਲੇ ਅਸੈਂਬਲ ਇਕੱਠੇ ਹੋਏ ਹੋਏ ਸੀ। देयर, ਹੁਣ देयर ਇੱਥੇ ਜਗ੍ਹਾ ਦਾ ਨਾਮ ਹੈ, ਕਿੱਥੇ? ਕੁਈਨ ਦੇ ਕੁਸ਼ਲਿਆ ਦੇ ਮੈਂਸ਼ਨ ਦੀ ਗੱਲ ਹੋ ਰਹੀ ਹੈ, ਉਸਦੇ ਮਹਿਲ ਦੀ ਗੱਲ ਹੋ ਰਹੀ ਹੈ। ਉੱਥੇ ਬਹੁਤ ਸਾਰੇ ਬੰਦੇ ਇਕੱਠੇ ਹੋਏ ਸੀ, ਕਾਦੇ ਲਈ? ਈਗਰਲੀ ਅਵੇਟਿੰਗ ਦੀ ਕੋਰੋਨੇਸ਼ਨ। ਤਾਂ ਹੁਣ ਉਹ ਵੇਟ ਕਰ ਰਹੇ ਸੀ ਬਹੁਤ ਹੀ ਉਤਸੁਕਤਾ ਦੇ ਨਾਲ, ਈਗਰਲੀ ਵੇਟ ਕਰ ਰਹੇ ਸੀ ਦਾ ਕੋਰੋਨੇਸ਼ਨ। ਕੋਰੋਨੇਸ਼ਨ ਦਾ ਮਤਲਬ ਰਾਜ ਤਿਲਕ। ਰਾਜ ਤਿਲਕ ਜਦੋਂ ਯੁਵਰਾਜ ਨੂੰ ਰਾਜਾ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਅਸੀਂ ਰਾਜ ਤਿਲਕ ਕਹਿੰਦੇ ਹਾਂ। ਇਨ ਦਾ ਇਨਰ ਮੋਸਟ ਅਪਾਰਟਮੈਂਟ, ਤਾਂ ਉਸ ਮਹਿਲ ਦੇ ਸਭ ਤੋਂ ਅੰਦਰਲੇ ਵਾਲੇ ਹਿੱਸੇ 'ਚ, ਇਨਰ ਮੋਸਟ
इनर मोस्ट सब तो अंदर वाले, अपार्टमेंट का मतलब कमरा कह लो, छोटा कमरा कह लो, उस महल के सब तो अंदर वाले कमरे दे विच जिहड़ी क्वीन है कुशल्या है, क्लैड इन वाइट सिल्क, उसने चिट्टे रंग दी वाइट कलर दी सिल्क वाले कपड़े उसने पाए हुए ने, रेशम के कपड़े पाए हुए ने, क्लैड का मतलब पाए हुए ने उसने। ਤਾਂ ਉਹ ਉੱਥੇ was before the sacrificial fire, ਤਾਂ ਉੱਥੇ ਜਿਹੜੀ ਅਗਨੀ ਚੱਲ ਰਹੀ ਹੈ, ਅਗਨੀ ਹੁੰਦੀ ਹੈ ਨਾ ਜਿਵੇਂ ਵਿਆਹਾਂ ਦੇ ਵਿੱਚ ਚੱਲਦੀ ਹੈ ਇਸ ਤਰ੍ਹਾਂ ਜਿਹੜੀ ਉਹ, ਕਿਉਂਕਿ ਉਹ ਉੱਥੇ ਹੀ ਮਤਲਬ ਜਿਹੜੇ ਮੇਨ ਕੰਮ ਕੀਤੇ ਜਾਂਦੇ ਆ ਅਗਨੀ ਜਲਾ ਕੇ, ਕੋਈ ਵੀ ਹਵਨ ਵਗੈਰਾ ਉੱਥੇ ਹੀ ਕੀਤਾ ਜਾਂਦਾ, ਤਾਂ ਸੈਕਰੀਫਿਸ਼ੀਅਲ ਫਾਇਰ ਤੁਸੀਂ ਹਵਨ ਨੂੰ ਕਹਿ ਸਕਦੇ ਹੋ। ਉਹ ਉਸਦੇ ਕੋਲੇ ਖੜੀ ਹੈ, ਇਨਵੋਕਿੰਗ ਬਲੈਸਿੰਗਸ ਔਨ ਹਰ ਸਨ, ਅਤੇ ਆਪਣੇ ਪੁੱਤਰ ਦੇ ਲਈ ਖੈਰਾ ਮੰਗ ਰਹੀ ਹੈ। ਬਲੈਸਿੰਗ ਦਾ ਮਤਲਬ ਦੁਆਵਾਂ ਮੰਗ ਰਹੀ ਹੈ, ਇਨਵੋਕ ਦਾ ਮਤਲਬ ਮੰਗਣਾ, ਪਰਮਾਤਮਾ ਤੋਂ ਕੋਈ ਚੀਜ਼ ਦੇ ਲਈ ਪ੍ਰਾਰਥਨਾ ਕਰਨੀ, ਉਹਨੂੰ ਕਹਿੰਦੇ ਆ ਜੀ। As soon as Rama entered the apartment, ਜਿਵੇਂ ਹੀ ਰਾਮ ਜਿਹੜੇ ਨੇ ਉਹ ਉਸ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ, as soon as ਜਿਵੇਂ ਹੀ she embraced him, ਤਾਂ ਉਹ ਉਸਨੂੰ ਆਪਣੀ ਬਾਹਾਂ 'ਚ ਲੈ ਲੈਂਦੀ ਹੈ, ਮਾਂ ਆਪਣੇ ਪੁੱਤ ਨੂੰ ਬਾਹਾਂ 'ਚ ਲੈਂਦੀ ਹੈ। embrace ਦਾ ਮਤਲਬ ਜੱਫੀ ਪਾਉਣ ਨੂੰ ਕਹਿੰਦੇ ਨੇ। as she thought, ਹੁਣ ਉਹ ਇਹ ਸੋਚ ਰਹੀ ਹੈ ਕਿ he was to become the युवराज, कि ਹੁਣ युवराज बनन जा रहे हैं, to become the युवराज, युवराज जो जिसने अगे जाके राजा बनना है, तो युवराज बनन जा रहे हैं। showed him to a specially raised seat, ਤਾਂ ਉਹ ਉਸ ਨੂੰ ਕਹਿੰਦੀ ਹੈ ਇੱਕ ਸਪੈਸ਼ਲ ਸੀਟ ਬਣਾਈ ਹੁੰਦੀ ਹੈ। raised ਦਾ ਮਤਲਬ ਜੋ ਜ਼ਮੀਨ ਨਾਲੋਂ ਉੱਚੀ ਉੱਠ ਕੇ ਬਣਾਈ ਹੁੰਦੀ ਹੈ, ਲਾਈਕ ਚੇਅਰ ਵਾਂਗੂ ਕਹਿ ਲਓ ਤੁਸੀਂ, ਤਾਂ ਉਦਾਂ ਦੀ ਰੇਜ਼ ਸੀਟ ਦੇ ਵੱਲ ਇਸ਼ਾਰਾ ਕਰਦੀ ਹੈ ਕਿ ਤੂੰ ਇੱਥੇ ਬੈਠ। ਤਾਂ ਫਿਰ ਰਾਮ ਕੀ ਕਹਿੰਦੇ ਆ ਕਿ ਮਦਰ ਦਿਸ ਸੀਟ ਇਜ਼ ਨਾਓ ਟੂ ਹਾਈ ਫॉर मी, ਕਿ ਮਾਤਾ, हे माता, ये ਜਿਹੜੀ ਸੀਟ ਤੂੰ ਬਣਾਈ ਹੈ ਮੇਰੇ ਲਈ, ਇਹ ਮੇਰੇ ਲਈ ਕਾਫੀ ਵੱਡੀ ਹੈ, ਕਾਫੀ ਉੱਚੀ ਹੈ ਮੇਰੇ ਲਈ, too high। said Rama, I am a hermit and should sit on grass spread on the floor, ਕਹਿੰਦੇ ਮੈਂ ਤਾਂ ਹੁਣ ਇੱਕ ਹਰਮਿਟ ਆ। ਹਰਮਿਟ ਦਾ ਮਤਲਬ ਇੱਥੇ ਬੱਚਿਓ ਸਾਧੂ ਨੂੰ ਕਿਹਾ ਜਾਂਦਾ ਹੈ, ਸੰਤ ਨੂੰ ਕਿਹਾ ਜਾਂਦਾ ਹੈ, ਅਤੇ ਮੈਨੂੰ ਤਾਂ ਹੁਣ ਗ੍ਰਾਸ ਤੇ ਬੈਠਣਾ ਚਾਹੀਦਾ ਹੈ। should sit, ਗ੍ਰਾਸ ਤੇ ਬੈਠਣਾ ਚਾਹੀਦਾ, ਘਾਹ ਤੇ ਬੈਠਣਾ ਚਾਹੀਦਾ, ਜਿਹੜਾ ਫਲੋਰ ਤੇ ਵਿਛਾਇਆ ਹੋਵੇ, ਫਰਸ਼ ਤੇ ਵਿਛਾਇਆ ਹੋਵੇ। I have brought you news which may sadden you, ਕਹਿੰਦੇ ਮੈਂ ਤੇਰੇ ਲਈ ਇੱਕ ਖਬਰ ਲੈ ਕੇ ਆਏ ਹਾਂ ਜਿਹੜੀ ਤੈਨੂੰ ਦੁਖੀ ਕਰ ਸਕਦੀ ਹੈ, may sadden you। sad ਦਾ ਮਤਲਬ ਬੇਟਾ ਦੁਖੀ ਹੋਣਾ ਹੁੰਦਾ ਹੈ, ਉਹ ਐਡਜੈਕਟਿਵ ਹੁੰਦਾ ਹੈ, ਲੇਕਿਨ ਆਪਾਂ ਜੇ sadden ਬਣਾ ਦਈਏ, ਉਹਦੇ ਪਿੱਛੇ den ਲਾ ਦਈਏ, ਤਾਂ ਉਹ verb ਬਣ ਜਾਂਦੀ ਹੈ। ਤਾਂ ਇੱਥੇ verb ਦਾ ਕੰਮ ਕਰ ਰਹੀ ਹੈ, sadden। listen, ਸੁਣੋ, and give me your blessings, ਤਾਂ ਤੁਸੀਂ ਫਿਰ ਮੈਨੂੰ ਪਹਿਲੇ ਮੇਰੀ ਗੱਲ ਸੁਣੋ ਤੇ ਫਿਰ ਮੈਨੂੰ ਤੁਸੀਂ blessings ਦੇਈਓ, ਆਪਣੀਆਂ ਦੁਆਵਾਂ ਦੇਈਓ। and he told her briefly what had happened, ਅਤੇ ਰਾਮ ਨੇ, ਹੀ ਦਾ ਮਤਲਬ ਰਾਮ ਹੋ ਗਿਆ, ਹਰ ਮਤਲਬ ਕੁਸ਼ਲਿਆ ਉਸਦੀ ਮਾਤਾ ਹੋ ਗਈ, ਉਸਨੂੰ ਉਹ ਸੰਖੇਪ ਤੌਰ ਤੇ ਦੱਸ ਦਿੱਤਾ ਕਿ ਕੀ ਵਾਪਰਿਆ ਸੀ। ਤਾਂ ਕੀ ਦੱਸਿਆ ਉਸਨੇ? the king wishes to give the crown to Bharata, ਜਿਹੜਾ ਕਿੰਗ ਹੈ ਯਾਨੀ ਕਿ ਰਾਜਾ ਦਸ਼ਰਥ, ਉਹ ਚਾਹੁੰਦੇ ਨੇ ਕਿ ਉਹ ਜਿਹੜਾ ਤਾਜ ਹੈ, ਕਰਾਊਨ ਯਾਨੀ ਕਿ ਯੁਵਰਾਜ ਦਾ ਜਿਹੜਾ ਪਦਵੀ ਹੈ, ਉਹ ਕਿਸ ਨੂੰ ਦਿੱਤੀ ਜਾਵੇ? ਭਾਰਤ। ਤਾਂ ਭਰਤ ਜਿਹੜਾ ਹੈ ਉਹ ਕੇਕਈ ਦਾ ਬੇਟਾ। ਇਹ ਟੋਟਲ 4 ਬ੍ਰਦਰ ਨੇ ਬੱਚਿਓ, ਜੇ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਿੰਦਾ। ਤਾਂ ਰਾਮ ਸਭ ਤੋਂ ਵੱਡੇ ਸੀ, ਫਿਰ ਭਰਤ ਸੀ, ਤੇ ਲਕਸ਼ਮਣ ਸੀ, ਤੇ ਸ਼ਤਰੂਘਨ ਸੀ। 3 ਰਾਣੀਆਂ ਸੀ। ਕੇਕਈ ਦਾ ਬੇਟਾ ਭਰਤ ਹੈ, ਕੁਸ਼ਲਿਆ ਦਾ ਬੇਟਾ ਰਾਮ ਹੈ, ਤੇ ਜਿਹੜੀ ਸੁਮਿਤਰਾ ਤੀਸਰੀ ਰਾਣੀ ਹੈ, ਉਹਦੇ 2 ਬੇਟੇ ਹੈ, ਲਕਸ਼ਮਣ ਤੇ ਸ਼ਤਰੂਘਨ। ਤਾਂ ਟੋਟਲ 4 ਬੱਚੇ ਸੀਗੇ ਦਸ਼ਰਥ ਦੇ। ਤਾਂ ਹੁਣ ਜਿਹੜਾ ਜਿਹੜੇ ਰਾਜਾ ਦਸ਼ਰਥ ਹੈ, ਉਹ ਕੀ ਚਾਹੁੰਦਾ ਹੈ ਕਿ ਭਰਤ ਨੂੰ ਤਾਜ ਦਿੱਤਾ ਜਾਵੇ, ਹਾਲਾਂਕਿ ਭਰਤ ਰਾਮ ਤੋਂ ਛੋਟਾ ਹੈ, ਕਿਉਂਕਿ ਰਾਮ ਵੱਡੇ ਹੈ। ਤਾਂ ਅਸਲੀ ਤਾਂ ਪ੍ਰਥਾ ਇਹੀ ਹੈ ਨਾ ਕਿ ਜਿਹੜਾ ਵੱਡਾ ਬੇਟਾ ਹੁੰਦਾ ਉਸਨੂੰ ਤਾਜ ਮਿਲਣਾ ਚਾਹੀਦਾ ਯੁਵਰਾਜ ਦਾ, ਲੇਕਿਨ ਹੁਣ ਰਾਜਾ ਕੀ ਕਹਿੰਦਾ ਹੈ ਕਿ ਭਰਤ ਨੂੰ ਮਿਲਣਾ ਚਾਹੀਦਾ ਹੈ। ਹਿਸ ਕਮਾਂਡ ਇਜ਼ ਦੈਟ, ਉਸਦਾ ਇਹ ਹੁਕਮ ਹੈ that I should spend 14 years in ਦੰਡਕ ਫੋਰੈਸਟ, ਕਿ ਮੈਨੂੰ 14 ਸਾਲ 14 years 14 ਸਾਲ ਮੈਨੇ ਬਿਤਾਣੇ ਹੈ ਕਿੱਥੇ? ਦੰਡਕ ਫੋਰੈਸਟ ਦੇ ਵਿੱਚ। ਨਾ ਦੰਡਕ ਇੱਕ ਜਗ੍ਹਾ ਦਾ ਨਾਮ ਹੈ ਬੇਟਾ, ਇਹ ਦੰਡਕ ਇੱਕ ਜਗ੍ਹਾ ਦਾ ਨਾਮ ਹੈ, ਫੋਰੈਸਟ ਦਾ ਮਤਲਬ ਜੰਗਲ। ਤਾਂ ਦੰਡਕ ਵਾਲੇ ਜਿਹੜੇ ਫੋਰੈਸਟ ਹੈ, ਜੰਗਲ ਹੈ, ਉਹਦੇ ਵਿੱਚ ਮੈਨੇ 14 ਸਾਲ ਬਿਤਾਣੇ ਹੈ। ਇਹ ਮੈਨੂੰ ਕਮਾਂਡ ਦਿੱਤੀ ਗਈ ਹੈ, ਹੁਕਮ ਦਿੱਤੀ ਗਈ ਹੈ, ਕਿਸ ਦੁਆਰਾ? ਰਾਜੇ ਦੁਆਰਾ, ਰਾਜਾ ਦਸ਼ਰਥ ਪਿਤਾ ਦੁਆਰਾ। I must leave today, ਮੈਨੂੰ ਹੁਣ ਹੀ ਜਾਣਾ ਪਏਗਾ ਮਦਰ, and I come for your blessings, ਤੇ ਮੈਂ ਤਾਂ ਤੇਰੀਆਂ ਹੁਣ ਜਿਹੜੀਆਂ blessings ਹੈ ਉਹ ਲੈਣ ਆਇਆ, ਦੁਆਵਾਂ ਲੈਣ ਆਇਆ, before I go, ਜਾਣ ਤੋਂ ਪਹਿਲਾਂ। when ਕੁਸ਼ਲਿਆ heard all this, ਜਦੋਂ ਹੁਣ ਕੁਸ਼ਲਿਆ ਨੇ, ਉਸਦੀ ਮਾਂ ਨੇ ਸਾਰੀਆਂ ਗੱਲਾਂ ਸੁਣੀਆਂ, she fell on the ground, ਉਹ ਗਰਾਊਂਡ ਤੇ ਗਿਰ ਗਈ। ਮਾਂ ਤਾਂ ਮਾਂ ਹੈ, 14 ਸਾਲ, ਨਾ 14 ਦਿਨ, ਨਾ 14 ਹਫ਼ਤੇ, 14 ਸਾਲ ਲਈ ਉਹਦਾ ਬੇਟਾ ਜੰਗਲਾਂ 'ਚ ਜਾਊਗਾ,
ਤਾਂ ਉਹ ਤਾਂ ਵਿਚਾਰੀ ਗਰਾਊਂਡ ਤੇ ਗਿਰ ਗਈ, ਜ਼ਮੀਨ ਤੇ ਗਿਰ ਗਈ ਕਿਵੇਂ? ਲਾਈਕ ਆ ਪਲੈਂਟਨ ਟਰੀ, ਜਿਵੇਂ ਕੋਈ ਟਰੀ ਲਗਾਇਆ ਹੋਇਆ ਹੁੰਦਾ ਆਪਾਂ ਨੇ, ਕੋਈ ਦਰਖਤ ਲਗਾਇਆ ਹੁੰਦਾ ਹੈ, ਉਸ ਨੂੰ ਆਪਾਂ ਸਡਨਲੀ ਕੱਟ ਡਾਊਨ, ਆਪਾਂ ਉਹਨੂੰ ਕੁਹਾੜਾ ਮਾਰ ਕੇ ਕੱਟ ਦਈਏ ਤਾਂ ਇੱਕਦਮ ਗਿਰਦਾ ਹੈ ਜਿਸ ਤਰ੍ਹਾਂ ਦਰਖਤ, ਤਾਂ ਉਸ ਤਰ੍ਹਾਂ ਕੁਸ਼ਲਿਆ ਜ਼ਮੀਨ ਤੇ ਗਿਰ ਗਈ। ਲਕਸ਼ਮਣ ਐਂਡ ਰਾਮ ਜੈਂਟਲੀ ਰੇਜ਼ਡ ਹਰ, ਤਾਂ ਰਾਮ ਦੇ ਨਾਲ ਲਕਸ਼ਮਣ ਵੀ ਆਏ ਹੋਏ ਸੀਗੇ, ਉਹਨਾਂ ਦੇ ਬ੍ਰਦਰ, ਤਾਂ ਉਹਨਾਂ ਦੋਨਾਂ ਨੇ ਪਿਆਰ ਨਾਲ ਉਹਨਾਂ ਨੂੰ ਉਠਾਇਆ। ਰੇਜ਼ਡ ਹਰ, ਰੇਜ਼ ਦਾ ਮਤਲਬ ਉਠਾਉਣਾ। ਹੁਣ she clung to Ram and cried, she ਦਾ ਮਤਲਬ ਕੁਸ਼ਲਿਆ, ਕੁਸ਼ਲਿਆ ਹੁਣ ਰਾਮ ਨਾਲ ਉਹਦੇ ਨਾਲ ਲੱਗ ਕੇ ਉਹ ਰੋਣ ਲੱਗ ਗਈ। cried, is my heart made of stone or iron that I shall live, ਕਹਿੰਦੇ ਕੀ ਮੇਰਾ ਦਿਲ ਇੰਨਾ ਸਖਤ ਹੋ ਗਿਆ ਸਟੋਨ ਦੀ ਤਰ੍ਹਾਂ। ਇਸ ਦੇਖੋ, ਇਸ ਇੱਥੇ ਹੈਲਪਿੰਗ ਵਰਬ ਮੋਰੇ ਆ ਗਈ ਤਾਂ ਨੈਚੁਰਲੀ ਇੰਟਰੋਗੇਟਿਵ ਸੈਂਟੈਂਸ ਬਣ ਗਿਆ, ਕੁਐਸਚਨ ਮਾਰਕ ਪਿੱਛੇ ਆ ਗਿਆ ਕਿ ਜਿਹੜਾ ਮੇਰਾ ਦਿਲ ਹੈ ਉਹ ਕੀ ਪੱਥਰ ਦਾ ਹੋ ਗਿਆ, ਸਟੋਨ ਦਾ ਮਤਲਬ ਪੱਥਰ, ਜਾਂ ਆਇਰਨ ਲੋਹੇ ਦਾ ਹੋ ਗਿਆ ਕਿ ਮੈਂ ਹੁਣ ਜੀਵਾਂ। ਮਤਲਬ ਇਹ ਜੀ ਗੱਲ ਸੁਣ ਕੇ ਕਿ ਮੈਨੂੰ ਹੁਣ ਜੀਣ ਦੀ ਕਾਮਨਾ ਰਹਿੰਦੀ ਹੈ, ਤੇ ਜੇ ਰਹਿੰਦੀ ਹੈ ਤਾਂ ਇਹਦਾ ਮਤਲਬ ਤਾਂ ਮੇਰਾ ਫਿਰ ਦਿਲ ਜਿਹੜਾ ਉਹ ਪੱਥਰ ਦਾ ਹੈ ਜਾਂ ਲੋਹੇ ਦਾ, ਇਹ ਉਹ ਕਹਿਣਾ ਚਾਹੁੰਦੀ ਹੈ। ਜਿਹੜਾ ਇਸ ਸਟੋਰੀ ਦਾ ਸੈਕੰਡ ਪੇਜ ਹੈ ਬੇਟਾ, ਉਸ ਦੇ ਵਿੱਚ ਹੁਣ ਇਹ ਲਕਸ਼ਮਣ could not bear the sight of the queen's grief, ਹੁਣ ਲਕਸ਼ਮਣ ਜਿਹੜੀ ਕੁਈਨ ਦੀ ਗਰੀਫ ਹੈ, ਗਰੀਫ ਦਾ ਮਤਲਬ ਦੁੱਖ, ਦੇਖੋ ਗਰੀਫ ਮੈਂ ਤੁਹਾਨੂੰ ਦੱਸਿਆ ਨਾ ਸਟਰੋਂਗ ਵਰਡ ਹੈ, ਤਾਂ ਉਸ ਦਾ ਦੁੱਖ ਉਸ ਨੂੰ ਉਹ ਸਹਾਰ ਨਹੀਂ ਸਕਦਾ। could not bear, bear ਦਾ ਮਤਲਬ ਸਹਾਰਨਾ, ਉਹ ਜਿਹੜਾ ਦੁੱਖ ਹੈ ਉਸ ਨੂੰ ਸਹਾਰ ਨਹੀਂ ਸਕਦਾ, ਉਸ ਨੂੰ ਦੇਖਣਾ ਸਹਾਰ ਨਹੀਂ ਸਕਦਾ। ਸਾਈਟ, ਐਂਗਰਲੀ ਹੀ ਸਪੋਕ, ਤਾਂ ਉਹ ਗੁੱਸੇ ਦੇ ਨਾਲ ਬੋਲਦਾ ਹੈ, ਐਂਗਰਲੀ ਗੁੱਸੇ ਦੇ ਨਾਲ, ਐਂਗਰ ਤੋਂ ਐਂਗਰਲੀ ਐਡਵਰਬ ਬਣ ਗਈ ਹੈ। what sin or crime has Ram committed, ਕਹਿੰਦੇ ਰਾਮ ਨੇ ਕਿਹੜਾ ਪਾਪ ਜਾਂ ਜੁਰਮ ਕੀਤਾ ਹੈ। sin ਪਾਪ, crime ਜੁਰਮ ਕੀਤਾ ਹੈ, committed। ਨਾਓ ਜਦੋਂ ਵੀ ਆਪਾਂ sin ਔਰ crime ਕਰਨ ਦੀ ਗੱਲ ਕਰਦੇ ਹਾਂ ਇੰਗਲਿਸ਼ ਦੇ ਵਿੱਚ, ਤਾਂ ਆਪਾਂ ਉੱਥੇ ਵਰਡ ਕਮਿਟ ਲਗਾਉਂਦੇ ਆ, ਕਮਿਟ ਦਾ ਕ੍ਰਾਈਮ, ਕਮਿਟ ਦਾ sin, ਇਹ ਵਰਡ ਇਕੱਠੇ ਆਉਂਦੇ ਆ, ਤਾਂ ਕਮਿਟ ਦਾ ਕ੍ਰਾਈਮ ਜਾਂ ਕਮਿਟ ਦਾ sin ਦਾ ਮਤਲਬ ਕੋਈ ਜ਼ੁਰਮ ਕਰਨਾ। not even his worst enemy could find any fault in him, ਕਹਿੰਦੇ ਇੱਥੋਂ ਤੱਕ ਕਿ ਉਹਦਾ ਸਭ ਤੋਂ ਮਾੜਾ ਦੁਸ਼ਮਣ, ਦੇਖੋ ਵਰਸਟ, ਵਰਸਟ ਤੀਸਰੀ ਡਿਗਰੀ ਲੱਗੀ ਹੈ, ਬੈਡ ਵਰਸ ਵਰਸਟ, ਇਹ ਤਾਂ ਆਪਾਂ ਪੜ੍ਹੀਆਂ ਹੋਈਆਂ, ਤੇ ਤੀਸਰੀ ਡਿਗਰੀ ਲੱਗੀ ਹੈ ਵਰਸਟ ਐਨੀਮੀ, ਸਭ ਤੋਂ ਮਾੜਾ ਦੁਸ਼ਮਣ ਵੀ ਉਸ ਦੇ ਵਿੱਚ ਕੋਈ ਕਮੀ ਨਹੀਂ ਲੱਭ ਸਕਦਾ। ਫਾਈਂਡ ਐਨੀ ਫਾਲਟ, ਫਾਈਂਡ ਐਨੀ ਫਾਲਟ ਦਾ ਮਤਲਬ ਹੁੰਦਾ ਹੈ ਜੀ ਕਮੀ ਲੱਭਣਾ, ਠੀਕ ਹੈ, ਕੋਈ ਨਹੀਂ ਲੱਭ ਸਕਦਾ। ਨੋਟ ਲੱਗਿਆ ਨਾ, ਤਾਂ ਇੱਥੇ ਹੁਣੇ ਨੈਗੇਟਿਵ ਸੈਂਟੈਂਸ ਆ ਗਿਆ ਵੀ ਰਾਮ ਤਾਂ ਇੰਨਾ ਚੰਗਾ ਹੈ ਕਿ ਉਹਦੇ 'ਚ ਕੋਈ ਕਮੀ ਨਹੀਂ ਹੈ। ਹਾਊ ਕੈਨ ਅ ਕਿੰਗ ਲਿਸਨ ਟੂ ਅ ਵੂਮਨ ਐਂਡ ਵਾਇਲੇਟ ਧਰਮ, ਕਹਿੰਦੇ ਇੱਕ ਰਾਜਾ, ਇੱਥੇ ਕਿੰਗ ਦਾ ਮਤਲਬ ਕਿਹਨੂੰ ਕਿਹਾ ਗਿਆ? ਦਸ਼ਰਥ ਨੂੰ ਕਿਹਾ ਗਿਆ, ਉਹਨਾਂ ਦੇ ਪਿਤਾ ਨੂੰ ਕਿਹਾ ਗਿਆ। ਹਾਊ, ਕਿਵੇਂ, ਕਿਵੇਂ ਇੱਕ ਰਾਜਾ ਇੱਕ ਇਸਤਰੀ ਨੂੰ, ਇੱਕ ਔਰਤ ਨੂੰ ਸੁਣ ਸਕਦਾ ਹੈ ਅਤੇ ਧਰਮ ਦਾ ਨਿਰਾਦਰ ਕਰ ਸਕਦਾ ਹੈ। ਵਾਇਲੇਟ ਧਰਮ, ਇੱਥੇ ਧਰਮ, ਧਰਮ ਜਿਹੜਾ ਮਤਲਬ ਧਰਮ ਨੂੰ ਕਿਹਾ ਗਿਆ, ਧਰਮ ਤਾਂ ਨਹੀਂ ਕਹਿੰਦਾ ਐਵੇਂ ਕਿ ਧਰਮ ਦੇ ਨਿਰਾਦਰ ਕਿਵੇਂ ਕਰ ਸਕਦਾ ਹੈ। ਈਵਨ ਯੋਰ ਐਨੀਮੀਜ਼ ਓ ਰਾਮ ਵੈਨ ਦੇ ਲੁੱਕ ਐਟ ਯੂ ਬਿਗਨ ਟੂ ਲਵ, ਕਹਿੰਦੇ ਇੱਥੋਂ ਤੱਕ ਕਿ ਤੇਰੇ ਜਿਹੜੇ ਦੁਸ਼ਮਣ ਨੇ, ਇਹ ਸਾਰੀਆਂ ਗੱਲਾਂ ਕੌਣ ਕਰ ਰਿਹਾ? ਲਕਸ਼ਮਣ ਕਰ ਰਿਹਾ। ਇੱਥੋਂ ਤੱਕ ਕਿ ਜਿਹੜੇ ਤੇਰੇ ਦੁਸ਼ਮਣ ਨੇ, ਹੇ ਰਾਮ, ਉਹ ਜਦ ਤੇਰੇ ਵੱਲ ਦੇਖਦੇ ਨੇ ਉਹ ਤੈਨੂੰ ਪਿਆਰ ਕਰਨ ਲੱਗ ਜਾਂਦੇ ਨੇ, ਦੁਸ਼ਮਣ ਵੀ ਤੈਨੂੰ ਦੇਖ ਕੇ ਪਿਆਰ ਕਰਨ ਲੱਗ ਜਾਂਦੇ ਨੇ। ਬਟ ਦਿਸ ਡਾਟਰ ਆਫ ਆ ਫਾਦਰ ਸੈਂਡ ਯੂ ਟੂ ਦਾ ਫੋਰੈਸਟ, ਪਰ ਇਸ ਪਿਤਾ ਦਾ ਤੁਸੀਂ ਡਾਟਰ, ਡਾਟਰ ਦਾ ਮਤਲਬ ਉਸਦਾ ਇਹ ਪਾਗਲਪਨ ਦੇਖੋ ਕਿ ਉਹ ਤੈਨੂੰ ਫੋਰੈਸਟ ਭੇਜ ਰਿਹਾ। ਇਹ ਦੁਸ਼ਮਣ ਤੈਨੂੰ ਦੇਖ ਕੇ ਪਿਆਰ ਕਰਦੇ ਨੇ, ਤੇ ਪਾਗਲਪਨ ਦੇਖੋ ਪਿਤਾ ਦਾ ਕਿ ਤੈਨੂੰ ਫੋਰੈਸਟ ਜੰਗਲ 'ਚ ਭੇਜ ਰਿਹਾ। ਲੁੱਕ ਹੇਅਰ, ਇੱਧਰ ਦੇਖੋ ਬ੍ਰਦਰ, ਲੈਟ ਅਸ ਟੂਗੇਦਰ ਥਰੋ ਆਊਟ ਦਿਸ ਕਿੰਗ, ਕਹਿੰਦੇ ਆਪਾਂ ਇਕੱਠੇ ਇਸ ਰਾਜੇ ਨੂੰ ਬਾਹਰ ਕੱਢ ਦਈਏ। ਥਰੋ ਆਊਟ, ਥਰੋ ਆਊਟ ਦਾ ਮਤਲਬ ਬਾਹਰ ਕੱਢ ਦੇਣਾ, ਰਾਜੇ ਨੂੰ ਹੀ ਰਾਜ ਤੋਂ ਬਾਹਰ ਕੱਢ ਦਈਏ। ਐਂਡ ਟੇਕ ਚਾਰਜ ਆਫ ਦਾ ਕਿੰਗਡਮ ਅਵਰਸੈਲਵਸ, ਅਤੇ ਰਾਜ ਦੀ ਜਿਹੜਾ ਚਾਰਜ ਹੈ ਆਪਣੇ ਹੱਥਾਂ 'ਚ ਲੈ ਲਈਏ, ਰਾਜ ਦੀ ਸਾਂਭ ਆਪ ਕਰਨ ਲੱਗ ਜਾਈਏ। ਹੂ ਡੇਅਰ ਅਪੋਜ਼ ਅਸ, ਸਾਡੀ ਕੌਣ ਸਾਨੂੰ ਅਪੋਜ਼ ਕਰੂਗਾ? ਹੂ ਡੇਅਰ, ਕਿਸ 'ਚ ਇੰਨੀ ਹਿੰਮਤ ਹੈ ਕਿ ਸਾਡਾ ਉਹ ਸਾਡੀ ਅਪੋਜ਼ ਕਰੇ, ਸਾਡਾ ਵਿਰੋਧ ਕਰੇ। ਆਈ ਸ਼ੈਲ ਮੇਕ ਐਨ ਐਂਡ ਆਫ ਐਨੀਵਨ ਹੂ, ਮੇਕ ਐਨ ਐਂਡ ਆਫ ਐਨੀਵਨ ਹੂ ਡੇਅਰਸ, ਕਹਿੰਦੇ ਮੈਂ ਜਿਹੜਾ ਵੀ ਇਹ ਹੂ ਡੇਅਰਸ, ਜਿਹੜਾ ਵੀ ਏਦਾਂ ਦੀ ਕੋਈ ਕੋਸ਼ਿਸ਼ ਕਰੂਗਾ ਸਾਨੂੰ ਰੋਕਣ ਦੀ, ਮੈਂ ਆਪਣੇ ਆਪ ਨੂੰ ਨਜਿੱਠ ਲੂੰ ਉਹਦੇ ਨਾਲ। ਮੇਕ ਐਨ ਐਂਡ ਆਫ ਐਨੀਵਨ ਦਾ ਮਤਲਬ ਕਿ ਮੈਂ ਆਪਣੇ ਆਪ ਉਸ ਨੂੰ ਦੇਖ ਲੂੰ। ਓਨਲੀ ਗਿਵ ਮੀ ਲੀਵ, ਮੈਨੂੰ ਸਿਰਫ ਤੁਸੀਂ ਹੁਕਮ ਦਿਓ, ਮੈਨੂੰ ਜਾਣ ਦਾ, ਮੈਨੂੰ ਜਾਣ ਦਿਓ। ਐਂਡ ਆਈ ਸ਼ੈਲ ਡੂ ਦਿਸ ਸਿੰਗਲ ਹੈਂਡਡ, ਕਹਿੰਦੇ ਮੈਂ ਕੱਲਾ ਹੀ, ਸਿੰਗਲ ਹੈਂਡਡ ਦਾ ਮਤਲਬ ਕੱਲਾ ਹੀ, ਇਕੱਲਾ ਹੀ ਇਹ ਸਾਰਾ ਕੰਮ ਕਰਨਾ। ਤਾਂ ਹੁਣ ਬੇਟਾ ਜਿਹੜਾ ਲਕਸ਼ਮਣ ਹੈ ਉਹ ਰਾਮ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੈ। ਹੁਣ ਰਾਮ ਤੇ ਲਕਸ਼ਮਣ ਦੀ ਜੇ ਆਪਾਂ ਨੇਚਰ ਦੇਖੀਏ ਨਾ, ਜੇ ਆਪਾਂ ਰਮਾਇਣ ਪੜ੍ਹੀ ਹੈ ਜਾਂ ਦੇਖੀ ਹੈ, ਤਾਂ ਬਿਲਕੁਲ ਆਪੋਜ਼ਿਟ ਨੇਚਰ ਹੈ।
ਰਾਮਚੰਦਰ ਬਹੁਤ ਹੀ ਨਰਮ ਸੁਭਾਅ ਦੇ, ਬਹੁਤ ਹੀ ਸ਼ਾਂਤ ਸੁਭਾਅ ਦੇ, ਬਹੁਤ ਹੀ ਹਲੀਮੀ ਵਾਲੇ ਇਨਸਾਨ ਸੀਗੇ ਉਹ। ਮਤਲਬ ਉਹਨਾਂ ਨੂੰ ਗੁੱਸਾ ਤਾਂ ਕਦੇ ਆਉਂਦਾ ਹੀ ਨਹੀਂ ਸੀ। ਲਕਸ਼ਮਣ ਬਹੁਤ ਥੋੜੀ ਜਿਹੀ ਗੱਲ ਦਾ ਗੁੱਸਾ ਕਰ ਲੈਂਦੇ ਸੀ। ਹਾਲਾਂਕਿ ਲਕਸ਼ਮਣ ਜਿਹੜੀ ਇੱਥੇ ਇਸ ਗੱਲ ਦਾ ਗੁੱਸਾ ਕਰ ਰਹੇ ਨੇ ਉਹ ਜਿਹੜੀ ਹੈ ਕਾਫੀ ਵੱਡੀ ਹੈ ਕਿ ਵੱਡੇ ਭਰਾ ਦੇ ਹੁੰਦੇ ਹੋਏ ਉਸ ਨੂੰ ਬਨਵਾਸ ਦੇਣਾ ਤੇ ਛੋਟੇ ਭਰਾ ਨੂੰ ਯੁਵਰਾਜ ਬਣਾਉਣਾ, ਲਕਸ਼ਮਣ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ। ਤਾਂ ਇਹ ਸਾਰੀਆਂ ਗੱਲਾਂ ਲਕਸ਼ਮਣ ਜੀ ਜਿਹੜੀਆਂ ਨੇ ਇਹ ਕਹਿ ਰਹੇ ਨੇ। ਅੱਗੇ ਫਿਰ a young brother to become the king and you to go to the forest। ਕਹਿੰਦੇ ਹੁਣ ਦੇਖੋ ਇੱਕ ਛੋਟਾ ਭਰਾ young brother ਉਹ ਰਾਜਾ ਬਣ ਰਿਹਾ ਹੈ ਅਤੇ ਜਿਹੜਾ ਵੱਡਾ ਭਰਾ ਇੱਥੇ ਯੂ ਦਾ ਮਤਲਬ ਰਾਮ ਤੋਂ ਹੈ ਉਹ ਫੋਰੈਸਟ ਜਾ ਰਿਹਾ ਹੈ। ਇਹ ਕੀ ਗੱਲ ਹੋਈ? ਛੋਟਾ ਭਰਾ ਰਾਜਾ ਬਣ ਰਿਹਾ ਹੈ, ਵੱਡਾ ਭਰਾ ਬਣਾ ਜਾ ਰਿਹਾ ਹੈ। The world would laugh at this absurdity। ਇਸ ਮੂਰਖਤਾ ਤੇ, ਇਸ ਬੇਕਾਰ ਦੀ ਗੱਲ ਤੇ, absurdity ਮੂਰਖਤਾ ਤੇ ਜਿਹੜੀ ਵਰਲਡ ਹੈ ਸੰਸਾਰ ਤਾਂ ਹੱਸੂਗਾ, ਲੋਕ ਤਾਂ ਹੱਸਣਗੇ। Don't consent to this। ਇਹ ਗੱਲ ਨਾ ਮੰਨੋ। consent ਦਾ ਮਤਲਬ ਮੰਨਣਾ। ਇਹ ਗੱਲ ਨਾ ਮੰਨੋ। In the face of such injustice, ਇਸ ਅਨਿਆਏ ਵਿੱਚ there is no use being nice and polite। ਹੁਣ ਸਾਡੇ ਨਾਲ ਦੇਖੋ ਇਹ ਅਨਿਆਏ ਹੋ ਰਿਹਾ, injustice ਹੋ ਰਿਹਾ ਹੈ, ਸਾਡੇ ਸਾਹਮਣੇ ਇਹ ਅਨਿਆਏ ਹੋ ਰਿਹਾ ਹੈ, ਤਾਂ ਸਾਨੂੰ ਨਾਈਸ, ਚੰਗੇ ਤੇ ਨਿਮਰ ਬਣਨ ਦਾ ਕੋਈ ਫਾਇਦਾ ਨਹੀਂ। no use ਕਿ ਅਸੀਂ ਚੁੱਪਚਾਪ ਇਹ ਸਾਰੀਆਂ ਗੱਲਾਂ ਮੰਨ ਲਈਏ, ਕੋਈ ਫਾਇਦਾ ਨਹੀਂ। I cannot stand all this। ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ। cannot stand ਦਾ ਮਤਲਬ ਬਰਦਾਸ਼ਤ ਕਰਨਾ। I must do my duty। ਮੈਨੂੰ ਆਪਣਾ ਕਰਤੱਵ ਨਿਭਾਉਣਾ ਪਊਗਾ, ਮੈਨੂੰ ਆਪਣੀ ਡਿਊਟੀ ਨਿਭਾਉਣੀ ਪਊਗੀ। ਮਦਰ ਨਾਓ ਯੂ ਵਿਲ ਸੀ the strength of my arms and also you brother। ਹੁਣ ਆਪਣੀ ਮਾਂ ਨੂੰ ਕਹਿ ਰਿਹਾ ਕਿ ਮਾਤਾ ਜੀ ਤੁਸੀਂ ਮੇਰੀਆਂ ਹੁਣ ਬਾਹਾਂ ਦੀ ਬਲ ਦੇਖੋਗੇ, ਮੈਂ ਕਿੰਨਾ ਬਲਵਾਨ ਹੈ। strength of my arms ਅਤੇ ਤੁਸੀਂ ਵੀ, ਇਹ ਭਰਾ ਤੁਸੀਂ ਵੀ, ਰਾਮ ਨੂੰ ਕਹਿ ਰਿਹਾ ਕਿ ਤੁਸੀਂ ਵੀ ਦੇਖੋਗੇ। ਕਹਿਣ ਦਾ ਮਤਲਬ ਮੈਂ ਹੁਣ ਦਿਖਾਊਂਗਾ ਵੀ ਮੈਂ ਕਰ ਕੀ ਸਕਦਾ, ਕਿੰਨਾ ਤਾਕਤਵਰ ਹੈ ਮੈਂ। ਉਹ ਸਾਰੀਆਂ ਗੱਲਾਂ ਕਹਿ ਰਿਹਾ ਕਿ ਮੈਂ ਰਾਜਾ ਦਸ਼ਰਥ ਨੂੰ ਰਾਜ ਤੋਂ ਬਾਹਰ ਕੱਢ ਦੂੰ, ਜਿਹੜੇ ਵੀ ਮੇਰਾ ਅਪੋਜ਼ ਕਰਨਗੇ, ਸਾਡਾ ਅਪੋਜ਼ ਕਰਨਗੇ ਰਾਮ ਨੂੰ ਯੁਵਰਾਜ ਤੋਂ ਬਣਾਉਣ ਦਾ, ਉਹਨਾਂ ਨੂੰ ਕੱਲੇ ਕੱਲੇ ਨੂੰ ਨਜਿੱਠ ਲੂੰ। ਤਾਂ ਇਹ ਸਾਰੀਆਂ ਗੱਲਾਂ ਲਕਸ਼ਮਣ ਕਹਿ ਰਹੇ। ਅੱਗੇ ਲਕਸ਼ਮਣ's word gave some solace to ਕੌਸ਼ਲਿਆ। ਹੁਣ ਇਹ ਸਾਰੀਆਂ ਗੱਲਾਂ ਸੁਣ ਕੇ ਲਕਸ਼ਮਣ ਦੀਆਂ ਕੌਸ਼ਲਿਆ ਨੂੰ, ਜੋ ਉਹਨਾਂ ਦੀ ਮਾਤਾ ਹੈ ਰਾਮਚੰਦਰ ਜੀ ਦੀ, ਉਸ ਨੂੰ ਥੋੜੀ ਜੀ ਢਾਂਡਸ ਮਿਲਦਾ ਹੈ। ਸੋਲਸ ਦਾ ਮਤਲਬ ਹੁੰਦਾ ਬੇਟਾ ਸਾਂਤਵਨਾ, ਜਿਹਨੂੰ ਆਪਾਂ ਹਿੰਦੀ ਚ ਕਹਿੰਦੇ ਆ ਜਾਂ ਢਾਂਡਸ ਕਹਿੰਦੇ ਆ। ਤਾਂ ਇਹ ਗੱਲਾਂ ਸੁਣ ਕੇ ਉਹਦਾ ਮਨ ਨੂੰ ਥੋੜੀ ਜੀ ਢਾਂਡਸ ਜਿਹਾ ਲੱਗਦਾ ਹੈ ਕਿ ਚਲੋ ਠੀਕ ਹੈ, ਵੀ ਸਹੀ ਕਹਿ ਰਿਹਾ। Yet this strange talk of ousting the king and seizing the throne frightened her। ਪਰ ਹੁਣ ਇਹਨਾਂ ਗੱਲਾਂ ਦੇ ਵਿੱਚ ਉਹ ਇੱਕ ਗੱਲ ਤੋਂ ਡਰ ਵੀ ਰਹੀ ਹੈ। ਫਰਾਈਟਨ, ਡਰ ਵੀ ਰਹੀ ਹੈ। ਕਿਹੜੀ ਗੱਲ ਤੋਂ ਡਰ ਰਹੀ ਹੈ? ਕਿ ਸਟ੍ਰੇਂਜ ਟਾਕ ਕਰ ਰਿਹਾ ਨਾ, ਉਹ ਅਜੀਬ ਜੀ ਗੱਲ ਕਰ ਰਿਹਾ। ਕਾਦੀ ਗੱਲ ਕਰ ਰਹੀ ਹੈ? ਕਿ ਆਊਸਟਿੰਗ ਦਾ ਕਿੰਗ, ਕਿ ਰਾਜੇ ਨੂੰ ਬਾਹਰ ਕੱਢਾਂਗੇ, ਰਾਜੇ ਦਸ਼ਰਥ ਨੂੰ ਰਾਜ ਤੋਂ ਬਾਹਰ ਕੱਢਾਂਗੇ। ਆਊਸਟ ਦਾ ਮਤਲਬ ਬਾਹਰ ਕੱਢਣਾ। ਐਂਡ ਸੀਜ਼ਿੰਗ ਦਾ ਥਰੋਨ, ਅਤੇ ਰਾਜ ਹਥਿਆ ਲਾਂਗੇ। ਸੀਜ਼ ਦਾ ਥਰੋਨ, ਯਾਦ ਕਰੋ ਸੀਜ਼ ਦਾ ਥਰੋਨ ਜਿਹੜੀ ਸੀਗੀ, ਸੀਜ਼ ਦਾ ਕਿੰਗਡਮ, ਇਹ ਵਾਲੇ ਵਰਡਸ ਆਪਣੇ ਪਿਛਲੇ ਐਸੇ ਚ ਵੀ ਆਏ ਸੀ, ਦਾ ਯੰਗ ਅਕਬਰ, ਤਾਂ ਉਹਦੇ ਚ ਵੀ ਇਹ ਆਏ ਸੀ ਵਰਡਸ, ਰਾਜ ਹਥਿਆਉਣਾ। ਹੁਣ ਦੋ ਗੱਲਾਂ ਕਰ ਰਿਹਾ ਲਕਸ਼ਮਣ ਕਿ ਰਾਜੇ ਦਸ਼ਰਥ ਨੂੰ ਰਾਜ ਤੋਂ ਬਾਹਰ ਕੱਢਾਂਗੇ ਤੇ ਸਾਰਾ ਰਾਜ ਹਥਿਆਵਾਂਗੇ। ਹੁਣ ਇਹ ਗੱਲ ਸੁਣ ਕੇ ਕੌਸ਼ਲਿਆ ਡਰ ਵੀ ਰਹੀ ਹੈ। ਹੁਣ ਆਫਟਰ ਆਲ ਰਾਜਾ ਤਾਂ ਉਹਦਾ ਪਤੀ ਹੈ ਨਾ। ਤਾਂ she said, ਉਸਨੇ ਕਿਹਾ, ਰਾਮ ਕੰਸੀਡਰ ਵੈਲ what ਲਕਸ਼ਮਣ ਸੇਜ਼। ਕਹਿੰਦੇ ਇਸ ਨੂੰ ਧਿਆਨ ਨਾਲ ਸੁਣੋ। ਕੰਸੀਡਰ ਵੈਲ what ਲਕਸ਼ਮਣ ਸੇਜ਼, ਲਕਸ਼ਮਣ ਜੋ ਵੀ ਕਹਿ ਰਿਹਾ ਇਸ ਨੂੰ ਧਿਆਨ ਨਾਲ ਸੁਣੋ। ਡੋਂਟ ਗੋ ਟੂ ਦਾ ਫੋਰੈਸਟ, ਜੰਗਲ ਚ ਨਾ ਜਾਓ। ਇਫ ਯੂ ਗੋ ਅਵੇ, ਜੇ ਤੁਸੀਂ ਜਾਓਗੇ, ਹਾਊ ਕੈਨ ਆਈ ਸਟੇ ਆਲ ਅਲੋਨ ਐਮੰਗ ਐਨੀਮੀਜ਼, ਤਾਂ ਮੈਂ ਇੰਨੇ ਸਾਰੇ ਐਮੰਗ ਐਨੀਮੀਜ਼, ਦੁਸ਼ਮਣਾਂ ਦੇ ਵਿੱਚ, ਹਾਊ ਕੈਨ ਆਈ ਸਟੇ, ਮੈਂ ਕਿਵੇਂ ਰਹਿ ਸਕਦੀ ਹਾਂ। ਆਈ ਟੂ ਵਿਲ ਗੋ ਵਿਦ ਯੂ, ਤਾਂ ਮੈਂ ਵੀ, ਟੂ ਇੱਥੇ ਵੀ ਆ ਗਿਆ ਕਿ ਮੈਂ ਵੀ ਤੇਰੇ ਨਾਲ ਜੰਗਲਾਂ ਚ ਜਾਊਂਗੀ ਜੇ ਤੂੰ ਗਿਆ। ਤਾਂ ਹੁਣ ਉਹਦੀ ਮਾਂ ਕਹਿ ਰਹੀ ਹੈ ਕੌਸ਼ਲਿਆ। ਅੱਗੇ ਜੀ, ਰਾਮ had listened in silence to ਲਕਸ਼ਮਣ। ਦੇਖੋ ਹੁਣ ਤੱਕ ਰਾਮਚੰਦਰ ਨੇ ਕੋਈ ਗੱਲ ਨਹੀਂ ਕਹੀ। ਲਕਸ਼ਮਣ ਦੀਆਂ ਗੱਲਾਂ ਸੁਣੀਆਂ, ਕੌਸ਼ਲਿਆ ਦੀਆਂ ਗੱਲਾਂ ਸੁਣੀਆਂ, ਆਪਣੀ ਮਾਂ ਦੀਆਂ ਤੇ ਭਰਾ ਦੀਆਂ ਗੱਲਾਂ ਸੁਣੀਆਂ। ਤਾਂ ਰਾਮ had listened, ਤਾਂ ਰਾਮ ਨੇ ਹੁਣ ਤੱਕ ਇਹ ਗੱਲਾਂ ਸੁਣੀਆਂ ਚੁੱਪ ਕਰਕੇ। in silence to ਲਕਸ਼ਮਣ, ਲਕਸ਼ਮਣ ਦੀਆਂ ਗੱਲਾਂ ਸੁਣੀਆਂ ਚੁੱਪ ਕਰਕੇ। then turning to ਕੌਸ਼ਲਿਆ, ਕੌਸ਼ਲਿਆ ਵੱਲ ਮੁੜ ਕੇ he said, ਉਸਨੇ ਕਿਹਾ, ਰਾਮ ਨੇ ਕਿਹਾ, ਮਦਰ, ਮਾਤਾ ਜੀ, let there be no talk of anyone going with me to the forest। ਕਹਿੰਦੇ ਪਹਿਲੀ ਗੱਲ, let there be no talk, ਕਿ ਕੋਈ ਗੱਲ ਨਹੀਂ ਹੋਏਗੀ ਕਿਸੇ ਦੀ ਵੀ, of anyone, ਕਿ ਮੇਰੇ ਨਾਲੋਂ ਜੰਗਲ ਚ ਜਾਵੇ। going with me to the forest, ਇਹ ਗੱਲ ਤਾਂ ਹੋਏਗੀ ਨਹੀਂ ਕਿ ਕੋਈ ਮੇਰੇ ਨਾਲ ਜੰਗਲ ਚ ਜਾਵੇ। it is your duty to stay here। ਹੁਣ ਆਪਣੀ ਮਾਂ ਨੂੰ ਕਹਿ ਰਿਹਾ, ਕਹਿੰਦੇ ਤੁਹਾਡੀ ਡਿਊਟੀ ਕੀ ਹੈ, ਤੁਹਾਡਾ ਫਰਜ਼ ਇਹ ਕਹਿੰਦਾ ਹੈ ਕਿ ਤੁਸੀਂ ਇੱਥੇ ਰਹੋ। serving the king, ਰਾਜੇ ਦੀ ਸੇਵਾ ਕਰੋ, ਆਪਣੇ ਪਤੀ ਦੀ ਸੇਵਾ ਕਰੋ। and sharing the sorrows, ਅਤੇ ਉਹਨਾਂ ਦੁੱਖਾਂ ਨੂੰ ਵੰਡਾਓ। sharing the sorrows that has come to him, ਜਿਹੜੇ ਕਿ ਉਸ ਦੇ ਨਾਲ ਹੁਣ ਆ ਗਏ। him ਦਾ ਮਤਲਬ
ਰਾਜੇ ਦੇ ਨਾਲ ਆ ਗਏ in his old age, ਉਸਦੀ old age ਦੇ ਵਿੱਚ ਬਜ਼ੁਰਗ ਹੋ ਰਿਹਾ ਹੈ ਰਾਜਾ, ਤੇ ਉਹਦੇ ਨਾਲ ਹੁਣ ਦੁੱਖ ਨੇ, ਤੇ ਤੂੰ ਉਹਦੀ ਪਤਨੀ ਹੈ, ਤਾਂ ਤੇਰਾ ਫਰਜ਼ ਇਹ ਬਣਦਾ ਹੈ ਕਿ ਤੂੰ ਉਹਦੀ ਸੇਵਾ ਕਰ। ਹਾਊ ਕੈਨ ਯੂ ਵਾਂਡਰ ਵਿਦ ਮੀ, ਕਹਿੰਦੇ ਤੁਸੀਂ ਕਿਵੇਂ, ਵਾਂਡਰ ਦਾ ਮਤਲਬ ਇੱਧਰ ਉੱਧਰ ਫਿਰਨਾ, ਭਟਕਣਾ ਕਰਨੀ, ਕਿਵੇਂ ਤੁਸੀਂ ਭਟਕ ਸਕਦੇ ਹੋ ਵਿਦ ਮੀ ਲਾਈਕ ਅ ਵਿਡੋ ਇਨ ਦਾ ਫੋਰੈਸਟ, ਜਿਵੇਂ ਕਿ ਫੋਰੈਸਟ ਦੇ ਵਿੱਚ ਕੋਈ ਬੇਵਾ ਔਰਤ ਹੁੰਦੀ ਹੈ ਫਿਰਦੀ ਹੋਵੇ, ਤਾਂ ਇਸ ਤਰ੍ਹਾਂ ਤੁਸੀਂ ਕਿਵੇਂ ਫਿਰ ਸਕਦੇ ਹੋ। ਵਿਡੋ, ਵਿਡੋ ਦਾ ਮਤਲਬ ਬੇਵਾ ਨੂੰ ਕਿਹਾ ਜਾਂਦਾ ਹੈ, ਜਿਸ ਦੇ ਪਤੀ ਦੀ ਡੈਥ ਹੋਵੇ ਉਹਨੂੰ ਵਿਡੋ ਕਹਿੰਦੇ। This cannot be, ਇਹ ਨਹੀਂ ਹੋ ਸਕਦਾ। I shall return after my term of forest life, ਕਹਿੰਦੇ I shall return, ਮੈਂ ਵਾਪਸ ਆ ਜਾਊਂਗਾ after my term of forest life, ਮੇਰੇ ਬਨਵਾਸ ਦਾ ਜਿਹੜਾ ਟਰਮ ਹੈ 14 ਸਾਲ ਦਾ, 14 years ਹੈ, ਬਿਤਾ ਕੇ ਮੈਂ ਵਾਪਸ ਆ ਜਾਊਂਗਾ। ਹੁਣ ਇਹ ਸਾਰੀਆਂ ਗੱਲਾਂ ਰਾਮਚੰਦਰ ਆਪਣੀ ਮਾਤਾ ਨੂੰ ਕਹਿ ਰਹੇ ਨੇ, ਕੁਸ਼ਲਿਆ, ਉਹਨਾਂ ਨੂੰ ਇਹ ਸਮਝਾ ਰਹੇ ਨੇ ਕਿ ਤੇਰੀ ਡਿਊਟੀ ਮੇਰੇ ਨਾਲ ਨਹੀਂ ਹੈ, ਤੇਰੀ ਡਿਊਟੀ ਤੇਰੇ ਪਤੀ ਨਾਲ ਹੈ। ਦੇਖੋ ਜਿਹੜੀ ਰਮਾਇਣ ਹੈ ਨਾ ਬੇਟਾ, ਇਸ ਦੇ ਵਿੱਚ ਨਾ ਮੈਨੂੰ ਰਮਾਇਣ ਬਹੁਤ ਅੱਛੀ ਲੱਗਦੀ ਹੈ, ਬਿਕੋਜ਼ ਇਹਦੇ ਵਿੱਚ ਇਹ ਹੈ ਕਿ ਨਾ ਇਹਦੇ ਵਿੱਚ ਰਿਸ਼ਤਿਆਂ ਨੂੰ ਬਹੁਤ ਅੱਛਾ ਡਿਫਾਈਨ ਕੀਤਾ ਗਿਆ ਕਿ ਰਿਸ਼ਤੇ ਕੀ ਹੁੰਦੇ ਨੇ। ਇਹ ਵਾਕਈ ਜੋ ਸਾਡੀਆਂ ਰਿਸ਼ਤੇਦਾਰੀਆਂ ਨੇ ਉਹ ਇਸ ਦੇ ਵਿੱਚ ਡਿਫਾਈਨ ਕੀਤੇ ਗਏ ਨੇ, ਪਰਿਭਾਸ਼ਿਤ ਕੀਤੇ ਗਏ ਨੇ ਕਿ ਹੋਣੇ ਕੀ ਚਾਹੀਦੇ ਨੇ। ਇੱਕ ਪਤੀ ਦਾ ਆਪਣੇ ਪਤਨੀ ਪ੍ਰਤੀ ਕੀ ਫਰਜ਼ ਹੋਣਾ ਚਾਹੀਦਾ ਹੈ, ਇੱਕ ਵਾਈਫ ਦਾ ਆਪਣੇ ਹਸਬੈਂਡ ਪ੍ਰਤੀ ਕੀ ਹੋਣਾ ਚਾਹੀਦਾ ਹੈ, ਇੱਕ ਬ੍ਰਦਰ ਦਾ ਆਪਣੇ ਵੱਡੇ ਭਰਾ ਪ੍ਰਤੀ, ਇੱਕ ਭਾਬੀ ਦਾ ਆਪਣੇ ਦਿਓਰ ਪ੍ਰਤੀ, ਇੱਕ ਵੱਡੇ ਭਰਾ ਦਾ ਛੋਟੇ ਭਰਾ ਪ੍ਰਤੀ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਰਾਮਾਇਣ ਦੇ ਵਿੱਚ ਬਹੁਤ ਹੀ ਖੂਬਸੂਰਤ ਡਿਫਾਈਨ ਕੀਤੀਆਂ ਗਈਆਂ। ਜਿਵੇਂ ਕਿ ਦੇਖੋ ਇੱਥੇ ਰਾਮਚੰਦਰ ਆਪਣੀ ਮਾਤਾ ਨੂੰ ਉਹਦਾ ਫਰਜ਼ ਦੱਸ ਰਹੇ ਨੇ ਕਿ ਤੇਰਾ ਫਰਜ਼ ਮੇਰੇ ਨਾਲ ਨਹੀਂ, ਤੇਰਾ ਫਰਜ਼ ਤੇਰੇ ਪਤੀ ਦੇ ਨਾਲ। ਅੱਗੇ ਕੀ ਕਹਿੰਦਾ, ਇਟ ਇਜ਼ ਮਾਈ ਡਿਊਟੀ ਟੂ ਫੁਲਫਿਲ ਮਾਈ ਫਾਦਰਸ ਵਰਡ, ਕਹਿੰਦੇ ਮੇਰੀ ਹੁਣ ਆਪਣੀ ਡਿਊਟੀ ਦੀ ਗੱਲ ਕਰ ਰਹੇ। ਦੇਖੋ ਪਹਿਲਾਂ ਉਹਨਾਂ ਨੇ ਉੱਪਰਲੇ ਪੈਰੇ 'ਚ ਆਪਣੀ ਮਾਂ ਦੀ ਡਿਊਟੀ ਦੀ ਗੱਲ ਕੀਤੀ ਹੈ ਕਿ ਮਾਂ ਦੀ ਡਿਊਟੀ ਕੀ ਹੈ ਕਿ ਆਪਣੇ ਪਤੀ ਦੇ ਨਾਲ ਰਹੇ ਉਸਦੇ 올ਡ ਏਜ ਦੇ ਵਿੱਚ। ਹੁਣ ਉਹ ਆਪਣੀ ਡਿਊਟੀ ਦੱਸ ਰਿਹਾ, ਕਹਿੰਦਾ ਮੇਰਾ ਫਰਜ਼ ਹੈ ਕਿ ਮੈਂ ਆਪਣੇ ਫਾਦਰ ਦੇ ਵਚਨਾਂ ਨੂੰ ਫੁਲਫਿਲ ਕਰਾਂ। ਜੇ ਮੇਰੇ ਫਾਦਰ ਨੇ, ਮੇਰੇ ਪਿਤਾ ਨੇ ਕਿਸੇ ਨੂੰ ਵਚਨ ਦਿੱਤੇ ਨੇ, ਕੋਈ ਕਾਲ ਕੀਤਾ, ਕੋਈ ਕਰਾਰ ਕੀਤਾ, ਮੈਂ ਉਸ ਨੂੰ ਡਿਊਟੀ ਨੂੰ ਪੂਰਾ ਕਰਾਂ, ਮੇਰਾ ਫਰਜ਼ ਹੈ। ਇਟ ਇਜ਼ ਆਲ ਦਾ ਸੇਮ ਟੂ ਮੀ ਵੈਦਰ ਇਟ ਇਜ਼ ਜਸਟ ਔਰ ਅਨਜਸਟ, ਕਹਿੰਦੇ ਮੇਰੇ ਲਈ ਇਹ ਸੇਮ ਹੈ, ਮੇਰੇ ਲਈ ਇੱਕੋ ਬਰਾਬਰ ਹੈ, ਚਾਹੇ ਉਹ ਠੀਕ ਹੈ, ਇਟ ਇਜ਼ ਜਸਟ ਔਰ ਅਨਜਸਟ। ਦੇਖੋ ਦੋ ਆਪੋਜ਼ਿਟ ਵਰਡ ਹੈ, ਇੱਕ ਜਸਟ ਹੈ, ਇੱਕ ਅਨਜਸਟ। ਇੱਥੇ ਠੀਕ ਹੋਣਾ, ਇੱਥੇ ਠੀਕ ਨਾ ਹੋਣਾ। ਹੁਣ ਮੇਰੇ ਪਿਤਾ ਨੇ ਕੀ ਵਰਡ ਦਿੱਤੇ ਨੇ, ਚਾਹੇ ਉਹ ਠੀਕ ਨੇ ਚਾਹੇ ਉਹ ਗਲਤ ਨੇ, ਯਾਨੀ ਕਿ ਪਿਤਾ ਜੀ ਨੇ, ਮੇਰੇ ਪਿਤਾ ਜੀ ਨੇ ਕੋਈ ਕਿਸੇ ਨੂੰ ਵਚਨ ਦੇਤਾ, ਹੁਣ ਚਾਹੇ ਉਹ ਠੀਕ ਹੈ ਚਾਹੇ ਨਹੀਂ ਠੀਕ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਪੌਂਟੇਨੀਅਸ ਹੈ, ਚਾਹੇ ਉਹ ਇੱਕਦਮ ਕੀਤਾ ਗਿਆ, ਸਪੌਂਟੇਨੀਅਸ ਦਾ ਮਤਲਬ ਬਿਲਕੁਲ ਮੌਕੇ ਤੇ ਕੋਈ ਵਚਨ ਕੀਤਾ ਗਿਆ, ਜਾਂ ਐਗਜ਼ੌਰਟਡ ਬਾਈ ਫੋਰਸ, ਜਾਂ ਉਸ ਤੋਂ ਜ਼ਬਰਦਸਤੀ ਕਰਵਾਇਆ ਗਿਆ। ਐਕਸਟੋਰਟਡ ਬਾਈ ਫੋਰਸ ਦਾ ਮਤਲਬ ਜ਼ਬਰਦਸਤੀ ਕੋਈ ਕੰਮ ਕਰਵਾਣਾ, ਔਰ ਫਰਾਡ ਜਾਂ ਧੋਖੇ ਦੇ ਨਾਲ। ਦੇਖੋ ਹੁਣ ਇਹਦੇ ਵਿੱਚ ਕਈ ਸਾਰੇ ਵਰਡਸ ਨਵੇਂ ਆਏ ਬੇਟਾ, ਫਰਾਡ ਸ਼ਬਦ ਆਇਆ, ਧੋਖਾ, ਐਕਸਟੋਰਟਡ ਬਾਈ ਫੋਰਸ ਕਿ ਜ਼ਬਰ ਜ਼ੋਰ ਨਾਲ ਕੋਈ ਕੰਮ ਕਰਾਇਆ ਗਿਆ, ਸਪੌਂਟੇਨੀਅਸ ਕੋਈ ਮੌਕੇ ਤੇ ਕੰਮ ਕਰਾ ਲਿਆ ਗਿਆ। ਤਾਂ ਇਹ ਸਾਰੇ ਵਰਡਸ ਆਏ ਨੇ, ਮੈਂ ਇਹਨਾਂ ਦੀ ਸਾਰਿਆਂ ਦੀ ਮੀਨਿੰਗ ਤੁਹਾਨੂੰ ਦੱਸਦਾ, ਤੁਸੀਂ ਗਲੋਸਰੀ 'ਚ ਜ਼ਰੂਰ ਲਿਖਣਾ। ਹੁਣ ਇਹ ਲਾਈਨ ਚੋਂ ਕੀ ਕਹਿਣਾ ਚਾਹੁੰਦੇ ਆ ਰਾਮਚੰਦਰ, ਉਹ ਕਹਿੰਦੇ ਮੇਰੇ ਪਿਤਾ ਜੀ ਨੇ ਕਿਸੇ ਨੂੰ ਵਚਨ ਦਿੱਤਾ, ਉਹ ਵਚਨ ਚਾਹੇ ਜਿਵੇਂ ਮਰਜ਼ੀ ਦਿੱਤਾ ਗਿਆ, ਜ਼ੋਰ ਜ਼ਬਰਦਸਤੀ ਨਾਲ ਦਿੱਤਾ ਗਿਆ, ਮੌਕੇ ਤੇ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ, ਜਾਂ ਫਰਾਡ ਕਰਕੇ ਕੋਈ ਧੋਖੇ ਨਾਲ ਉਹਨਾਂ ਤੋਂ ਵਚਨ ਲੈ ਲਿਆ ਗਿਆ, ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ। ਮੇਰੇ ਲਈ ਮਾਇਨੇ ਇਹ ਰੱਖਦਾ ਹੈ ਕਿ ਮੇਰੇ ਪਿਤਾ ਜੀ ਨੇ ਕੋਈ ਵਚਨ ਦਿੱਤਾ ਸੀ, ਮੈਂ ਉਸ ਵਚਨ ਨੂੰ ਨਿਭਾਣਾ। ਇਫ ਆਈ ਫੇਲ ਇਨ ਦਿਸ ਪ੍ਰਾਇਮਰੀ ਡਿਊਟੀ, ਜੇਕਰ ਮੈਂ ਆਪਣੀ ਇਸ ਮੁੱਖ ਫਰਜ਼ ਤੋਂ, ਪ੍ਰਾਇਮਰੀ ਡਿਊਟੀ ਤੋਂ ਫੇਲ ਹੋ ਜਾਣਾ ਹੈ, I can gain not satisfaction of good name through my amount of wealth or power, ਕਹਿੰਦੇ ਮੈਂ ਫਿਰ ਸੰਤੁਸ਼ਟ ਨਹੀਂ ਹੋਵਾਂਗਾ। I can gain no satisfaction ਦਾ ਮਤਲਬ ਸੰਤੁਸ਼ਟ ਹੋਣਾ, of good name, ਮੇਰਾ ਚੰਗਾ ਨਾਮ, through my amount of wealth, ਕਿ ਉਹ ਸਿਰਫ ਧਨ ਨਾਲ ਬਣੇ ਜਾਂ ਸ਼ਕਤੀ ਨਾਲ ਬਣੇ। ਵੈਲਥ ਦਾ ਮਤਲਬ ਧਨ ਜਾਂ ਸ਼ਕਤੀ, ਸਿਰਫ ਧਨ ਦੇ ਨਾਲ ਤੇ ਸ਼ਕਤੀ ਦੇ ਨਾਲ ਮੇਰਾ ਗੁੱਡ ਨੇਮ ਬਣੇ, ਮੈਂ ਇਹਦੇ ਨਾਲ ਸੈਟੀਸਫੈਕਟ, ਮਤਲਬ ਕਿ ਮੈਂ ਸੰਤੁਸ਼ਟ ਨਹੀਂ ਹੋਣਾ ਚਾਹੁੰਦਾ। ਮੈਂ ਸੰਤੁਸ਼ਟ ਇਸ ਗੱਲ ਤੋਂ ਹੋਣਾ ਚਾਹੁੰਦਾ ਕਿ ਮੈंने ਆਪਣੇ ਪਿਤਾ ਦੇ ਵਚਨਾਂ ਦੀ ਲਾਜ ਰੱਖੀ। ਠੀਕ ਹੈ, ਇਹ ਗੱਲ ਕਹਿਣਾ ਚਾਹ ਰਿਹਾ ਰਾਮਚੰਦਰ। ਹੁਣ ਉਹ ਕੀ ਕਹਿੰਦੇ, ਲਕਸ਼ਮਣ ਯੂਅਰ ਪ੍ਰਪੋਜ਼ਲਸ ਆਰ ਕੁਆਇਟ ਰੋਂਗ, ਉਹ ਹੁਣ ਕਹਿੰਦੇ ਕਿ ਲਕਸ਼ਮਣ ਕਿ ਜਿਹੜੀਆਂ ਤੂੰ ਮੈਨੂੰ ਇਹ ਪ੍ਰਪੋਜ਼ਲਸ ਦਿੱਤੀਆਂ ਨੇ, ਜੋ ਤੂੰ ਮੈਨੂੰ ਇਹ ਗੱਲਾਂ ਦੱਸੀਆਂ ਨੇ ਕਿ ਆਪਾਂ ਆਪਣੇ ਪਿਤਾ ਨੂੰ ਰਾਜ ਤੋਂ ਬਾਹਰ ਕੱਢ ਦਈਏ, ਉਹਦਾ ਰਾਜ ਹਥਿਆ ਲਈਏ, ਸਾਡਾ ਕੋਈ ਅਪੋਜ਼ ਨਹੀਂ ਕਰੂਗਾ, ਆਰ ਕੁਆਇਟ ਰੋਂਗ, ਕਹਿੰਦੇ ਸਾਰੀਆਂ ਗੱਲਾਂ ਗਲਤ ਨੇ ਜੋ ਤੂੰ ਕਹਿ ਰਹੇ ਹੈ। ਆਈ ਨੋ ਯੂਅਰ ਗ੍ਰੇਟ ਸਟਰੈਂਥ, ਦੇਖੋ ਕਹਿੰਦੇ ਕਿ ਮੈਨੂੰ ਤੇਰੀ ਤਾਕਤ ਦਾ ਪਤਾ ਹੈ, ਆਈ ਨੋ, ਪਤਾ ਹੈ ਤੇਰੀ ਮਹਾਨ ਤਾਕਤ ਦਾ ਕਿ ਤੂੰ ਬਹੁਤ ਬਲਸ਼ਾਲੀ ਹੈ, ਬੜਾ ਤਾਕਤਵਰ ਵੀਰ ਹੈ, ਮੈਨੂੰ ਪਤਾ ਹੈ। and I have no doubt that you can vanquish and destroy all opponents, ਕਹਿੰਦੇ ਮੈਨੂੰ ਇਸ ਚ ਕੋਈ ਡਾਊਟ ਨਹੀਂ ਹੈ, no doubt, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੂੰ ਮੇਰੇ ਸਾਰੇ ਵਿਰੋਧੀਆਂ ਨੂੰ, opponents ਦਾ ਮਤਲਬ
ਵਿਰੋਧੀਆਂ ਨੂੰ ਖਤਮ ਕਰ ਦੇਗਾ, ਡਿਸਟਰॉय ਕਰ ਦੇਗਾ, ਵੈਂਕੁਇਸ਼ ਹਰਾ ਦੇਵੇਗਾ। ਵੈਂਕੁਇਸ਼ ਦਾ ਮਤਲਬ ਹਰਾ ਦੇਣਾ, ਡਿਸਟਰॉय ਦਾ ਮਤਲਬ ਖਤਮ ਕਰ ਦੇਣਾ। ਤੂੰ ਮੇਰੇ ਸਾਰੇ ਵਿਰੋਧੀਆਂ ਨੂੰ ਹਰਾ ਦੇਗਾ, ਖਤਮ ਕਰ ਦੇਗਾ, ਮੈਨੂੰ ਕੋਈ ਡਾਊਟ ਨਹੀਂ। ਐਂਡ ਸਿਕਿਉਰ ਫॉर ਮੀ ਦਾ ਕਿੰਗਡਮ, ਅਤੇ ਮੇਰੇ ਲਈ ਰਾਜ ਤੂੰ ਸਿਕਿਉਰ ਕਰ ਲੇਗਾ, ਮੇਰੇ ਲਈ ਰਾਜ ਤੂੰ ਸਥਾਪਿਤ ਕਰ ਦੇਗਾ। ਮੈਨੂੰ ਇਹਦੇ ਚ ਕੋਈ ਰੱਤੀ ਪਰ ਵੀ ਕੋਈ ਸ਼ੱਕ ਨਹੀਂ ਹੈ, ਤੂੰ ਇਹ ਕਰ ਸਕਦਾ ਹੈ। I know also your affection for me, ਅਤੇ ਮੈਨੂੰ ਤੇਰਾ ਜੋ ਮੇਰੇ ਪ੍ਰਤੀ ਲਗਾਵ ਹੈ, ਅਫੈਕਸ਼ਨ ਹੈ, ਪਿਆਰ ਹੈ, ਉਸ ਨੂੰ ਮੈਂ ਉਹ ਵੀ ਜਾਣਦਾ ਹੈ। ਨੋ, ਅਫੈਕਸ਼ਨ ਦਾ ਮਤਲਬ ਬੇਟਾ ਇੱਥੇ ਪਿਆਰ ਹੋ ਗਿਆ। ਕਈ ਬੱਚੇ ਕਹਿੰਦੇ ਨੇ ਕਿ ਪਿਆਰ ਦਾ ਮਤਲਬ ਲਵ ਵੀ ਹੁੰਦਾ ਹੈ ਨਾ, ਤਾਂ ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਕਿ ਲਵ ਇੱਕ ਬਹੁਤ ਹੀ ਹਲਕਾ ਵਰਡ ਹੈ, ਇਹ ਵੀਕ ਵਰਡ ਹੈ, ਠੀਕ ਹੈ। ਅਫੈਕਸ਼ਨ ਜਿਹੜਾ ਹੁੰਦਾ ਨਾ ਬਹੁਤ ਹੀ ਸਟਰੋਂਗ ਵਰਡ ਹੈ, ਇਹਨੂੰ ਆਪਾਂ ਲਗਾਵ ਕਹਿੰਦੇ ਹਾਂ। ਇੱਕ ਭਰਾ ਦਾ ਆਪਣੇ ਭਰਾ ਦੇ ਪ੍ਰਤੀ ਅਫੈਕਸ਼ਨ ਹੁੰਦੀ ਹੈ, ਇੱਕ ਬੇਟੀ ਦੀ ਆਪਣੇ ਪਿਤਾ ਦੇ ਪ੍ਰਤੀ, ਆਪਣੀ ਮਾਂ ਦੇ ਪ੍ਰਤੀ ਅਫੈਕਸ਼ਨ ਹੁੰਦੀ ਹੈ, ਜਾਂ ਇਸੇ ਤਰ੍ਹਾਂ ਇੱਕ ਪਿਤਾ ਦੀ ਆਪਣੀ ਬੇਟੀ ਜਾਂ ਬੇਟੇ ਦੇ ਪ੍ਰਤੀ ਅਫੈਕਸ਼ਨ ਹੁੰਦੀ ਹੈ। ਅਫੈਕਸ਼ਨ ਬਹੁਤ ਹੀ ਸਟਰੋਂਗ ਵਰਡ ਹੈ, ਲਵ ਬਹੁਤ ਹੀ ਛੋਟਾ ਜਿਹਾ ਵਰਡ ਹੈ, ਜਿਸ ਨੂੰ ਆਪਾਂ ਬੜਾ ਮਿਸਯੂਜ਼ ਕਰਦੇ ਹਾਂ ਆਪਣੀ ਲਾਈਫ ਦੇ ਵਿੱਚ। ਤਾਂ ਸਮਝੋ ਕਿ ਲਵ ਤੇ ਅਫੈਕਸ਼ਨ 'ਚ ਫਰਕ ਕੀ ਹੈ। ਤਾਂ ਅਫੈਕਸ਼ਨ ਭਰਾਤਰੀ ਭਾਵ ਨੂੰ ਹੈ ਨਾ, ਇਹ ਕਿਹਾ ਗਿਆ। ਤਾਂ ਅੱਗੇ ਆਪਾਂ ਚੱਲਦੇ ਹਾਂ ਜੀ। ਉਮੀਦ ਹੈ ਕਿ ਬੇਟਾ ਤੁਸੀਂ ਇੰਜੋਏ ਕਰ ਰਹੇ ਹੋਗੇ ਸਟੋਰੀ। ਇਹ ਸਟੋਰੀ ਬੜੀ ਇੰਟਰਸਟਿੰਗ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ, ਇਹਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਭਰਾ ਦਾ ਭਰਾ ਪ੍ਰਤੀ ਕੀ ਕਰਤੱਵ ਹੈ, ਜਾਂ ਇੱਕ ਮਾਂ ਦਾ ਆਪਣੇ ਪਤੀ ਪ੍ਰਤੀ, ਜਾਂ ਇੱਕ ਪਤਨੀ ਦਾ ਆਪਣੀ ਵਾਈਫ ਦਾ ਹਸਬੈਂਡ ਪ੍ਰਤੀ ਕੀ ਜਿਹੜੀ ਹੈ ਡਿਊਟੀ ਬਣਦੀ ਹੈ, ਸਾਰੀਆਂ ਗੱਲਾਂ ਇਹ 'ਚ ਦੱਸੀਆਂ ਗਈਆਂ। ਕਹਿੰਦੇ ਬਾਏ ਦਾ ਵੇ ਇਨ ਵਿਚ ਯੂ ਪ੍ਰਪੋਜ਼, ਕਹਿੰਦੇ ਫਿਰ ਵੀ ਤੂੰ ਜਿਹੜੀਆਂ ਗੱਲਾਂ ਮੈਨੂੰ ਦੱਸੀਆਂ ਨੇ, ਪ੍ਰਪੋਜ਼ ਕੀਤੀਆਂ ਨੇ, ਜੋ ਮੇਰੇ ਸਾਹਮਣੇ ਦੱਸੀਆਂ ਨੇ, ਟੂ ਯੂਜ਼, ਤਾਂ ਕਿ ਆਪਾਂ ਇਹਨੂੰ ਵਰਤੀਏ, ਇਟ ਇਜ਼ ਨੋਟ ਵਰਦੀ ਆਫ ਆਵਰ ਫੈਮਿਲੀ, ਇਹ ਸਾਡੇ ਪਰਿਵਾਰ ਲਈ ਠੀਕ ਨਹੀਂ ਹਨ। ਨੋਟ ਵਰਦੀ, ਠੀਕ ਨਹੀਂ ਹਨ। ਆਵਰ ਹਾਈਐਸਟ ਡਿਊਟੀ ਇਜ਼ ਟੂ ਫਿਲਫਿਲ ਆਵਰ ਫਾਦਰਸ ਵਰਡ, ਸਾਡੀ ਜਿਹੜੀ ਸਭ ਤੋਂ ਵੱਡੀ ਡਿਊਟੀ ਇਹ ਹੈ, ਹਾਈਐਸਟ, ਫਿਰ 3rd ਡਿਗਰੀ ਲੱਗੀ ਹੈ, ਸਾਡਾ ਸਭ ਤੋਂ ਵੱਡਾ ਫਰਜ਼ ਕੀ ਹੈ ਕਿ ਅਸੀਂ ਆਪਣੇ ਪਿਤਾ ਦੇ ਵਚਨਾਂ ਨੂੰ ਨਿਭਾਈਏ, ਫੁਲਫਿਲ ਕਰੀਏ। ਇਫ ਵੀ ਫੇਲ ਇਨ ਆਵਰ ਡਿਊਟੀ, ਜੇਕਰ ਅਸੀਂ ਆਪਣੀ ਡਿਊਟੀ 'ਚ ਫੇਲ ਹੋ ਜਾਂਦੇ ਹਾਂ, ਨੋ ਅਦਰ ਅਚੀਵਮੈਂਟ ਕੈਨ ਮੇਕ ਅਪ ਫॉर ਇਟ, ਕਹਿੰਦੇ ਹੋਰ ਅਸੀਂ ਕੋਈ ਵੀ ਪ੍ਰਾਪਤੀ ਕਰ ਲਈਏ, ਅਚੀਵਮੈਂਟ ਕਰ ਲਈਏ, ਪ੍ਰਾਪਤੀ ਕਰ ਲਈਏ, ਉਹ ਇਸ ਦੀ ਭਰਪਾਈ ਨਹੀਂ ਕਰੂਗੀ। ਮੇਕਅਪ ਦਾ ਮਤਲਬ ਭਰਪਾਈ ਕਰਨਾ, ਉਸ ਨੂੰ ਪੂਰਾ ਕਰਨਾ। ਕਹਿੰਦੇ ਅਸੀਂ ਕੋਈ ਵੀ ਹੋਰ ਅਚੀਵਮੈਂਟ ਕਰ ਲਈਏ, ਲੇਕਿਨ ਅਸੀਂ ਆਪਣੇ ਪਿਤਾ ਪ੍ਰਤੀ ਆਪਣੀ ਡਿਊਟੀ ਨਹੀਂ ਨਿਭਾਈ, ਤਾਂ ਉਸ ਦੀ ਭਰਪਾਈ ਨਹੀਂ ਕਰੂਗੀ। ਸਾਡੇ ਲਈ ਸਭ ਤੋਂ ਵੱਡੀ ਡਿਊਟੀ ਕੀ ਹੈ, ਸਾਡੇ ਪਿਤਾ ਦੀ ਵਚਨਾਂ ਨੂੰ ਇਸ ਟਾਈਮ ਰੱਖਣਾ, ਜੋ ਉਹਨਾਂ ਨੇ ਮੇਰੇ ਲਈ ਵਚਨ ਦਿੱਤੇ ਸੀ। ਹੁਣ ਬੇਟਾ ਇੱਥੇ ਨਾ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਵਚਨ ਕੀ ਸੀਗੇ। ਤਾਂ ਵਚਨ ਇਹ ਸੀਗੇ ਕਿ ਦਸ਼ਰਥ ਨੇ ਕਿਸੇ ਟਾਈਮ ਕੇਕਈ, ਐਕਚੁਅਲੀ ਹੋਇਆ ਕੀ ਸੀ ਨਾ, ਕਿ ਜਿਹੜੀ ਕੇਕਈ ਸੀ, ਉਸਨੇ ਕਿਸੇ ਟਾਈਮ ਨਾ ਦਸ਼ਰਥ ਦੀ ਯੁੱਧ ਦੇ ਵਿੱਚ ਜਾਨ ਬਚਾਈ ਸੀ। ਮੈਂ ਤੁਹਾਨੂੰ ਪੁਰਾਣੀ ਸਟੋਰੀ ਦੱਸ ਰਿਹਾ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ। ਤਾਂ ਉਸ ਟਾਈਮ ਜਦੋਂ ਯੁੱਧ ਚੱਲ ਰਿਹਾ ਸੀ, ਕੇਕਈ ਨੇ ਦਸ਼ਰਥ ਦੀ ਜਾਨ ਬਚਾਈ, ਤਾਂ ਦਸ਼ਰਥ ਨੇ ਕੇਕਈ ਨੂੰ ਨਾ ਕਿਹਾ ਕਿ ਤੂੰ 2 ਵਾਰ ਮੰਗ ਲੈ। ਤਾਂ ਕੇਕਈ ਨੇ ਉਸ ਟਾਈਮ ਮੰਗੇ ਨਹੀਂ। ਤਾਂ ਉਹ ਕੇਕਈ ਨੇ ਕਿਹਾ ਜਦੋਂ ਮੌਕਾ ਆਊਗਾ ਮੈਂ ਮੰਗ ਲੂੰਗੀ ਤੇਰੇ ਤੋਂ ਵਾਰ ਇਹ ਵਾਰ। ਤਾਂ ਜਦੋਂ ਫਿਰ ਰਾਮਚੰਦਰ ਨੂੰ ਰਾਜਾ ਬਣਾਇਆ ਜਾ ਰਿਹਾ ਸੀ, ਤਾਂ ਉਸ ਟਾਈਮ ਕੇਕਈ ਦੇ ਮਨ 'ਚ ਆਇਆ ਕਿ ਮੇਰਾ ਬੇਟਾ ਜਿਹੜਾ ਭਰਤ ਹੈ, ਉਹਨੂੰ ਰਾਜਾ ਬਣਾਇਆ ਜਾਵੇ। ਤਾਂ ਉਹਨੇ ਫਿਰ ਉਹ 2 ਵਾਰ ਮੰਗ ਲਏ ਜਾ ਕੇ ਦਸ਼ਰਥ ਤੋਂ। ਦਸ਼ਰਥ ਨੂੰ ਕਿਹਾ ਕਿ ਤੂੰ ਮੈਨੂੰ 2 ਵਾਰ ਦਾਨ ਦਿੱਤੇ ਸੀ, ਇੱਕ ਵਾਰੀ ਮੰਗਣ ਲਈ। ਕਹਿੰਦੇ ਹਾਂ ਦਿੱਤੇ ਸੀ। ਕਹਿੰਦੇ ਮੈਂ ਅੱਜ ਤੇਰੇ ਤੋਂ 2 ਵਾਰ ਮੰਗ ਰਹੀ ਹਾਂ। ਕਹਿੰਦੀ ਬੋਲ, ਮੈਂ ਹੁਣੀ ਪੁਗਾ ਦਿੰਦਾ। ਉਹ ਕਹਿੰਦੇ ਇੱਕ ਵਾਰ ਤਾਂ ਇਹ ਹੈ ਕਿ ਮੇਰੇ ਭਰਤ ਨੂੰ ਰਾਜ ਸਿੰਘਾਸਨ ਦਿੱਤਾ ਜਾ। ਤਾਂ ਦਸ਼ਰਥ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਰਾਮ ਨੂੰ ਦੇ ਰਿਹਾ, ਰਾਮ ਦਾ ਹੀ ਫਰਜ਼ ਬਣਦਾ ਹੈ, ਬਿਕੋਜ਼ ਰਾਮ ਵੱਡਾ ਹੈ। ਤਾਂ ਕਹਿੰਦੇ ਫਿਰ ਵੀ ਉਹਨੂੰ ਮੰਨਣਾ ਪਿਆ। ਕਹਿੰਦੇ ਚਲ ਠੀਕ ਹੈ। ਦੂਜਾ, ਕਹਿੰਦੇ ਦੂਜਾ ਇਹ ਹੈ ਕਿ ਰਾਮਚੰਦਰ ਨੂੰ 14 ਸਾਲਾਂ ਦੇ ਲਈ ਬਨਵਾਸ ਦਿੱਤਾ ਜਾ। ਤਾਂ ਇਹ 2 ਵਾਰ ਮੰਗੀ ਕੇਕਈ ਨੇ। ਹੁਣ ਇਹ ਜਿਹੜੇ 2 ਵਾਰ ਸੀ, ਉਹਨੂੰ ਕਹਿ ਚੁੱਕਿਆ ਸੀ ਕਿ ਮੈਂ ਤੈਨੂੰ 2 ਵਾਰ ਦਊਂਗਾ, ਤੇ 2 ਵਾਰ ਕੇਕਈ ਨੇ ਮੰਗ ਲਏ। ਹੁਣ ਉਹਨੂੰ ਦੇਣੇ ਪੈਣੇ ਸੀ, ਚਾਹੇ ਉਹ ਸਹੀ ਸੀ ਜਾਂ ਗਲਤ ਸੀ। ਤਾਂ ਹੁਣ ਦੇਖੋ, ਇੱਕ ਗੱਲ ਧਿਆਨ ਨਾਲ ਸੁਣੋ ਬੇਟਾ, ਕੇਕਈ ਰਾਮ ਦੀ ਅਸਲੀ ਮਾਂ ਨਹੀਂ ਸੀ, ਸੌਤੇਲੀ ਮਾਂ ਸੀ, ਕਿਉਂਕਿ ਕੇਕਈ ਦਾ ਬੇਟਾ ਭਰਤ ਹੈ, ਕੌਸ਼ਲਿਆ ਦਾ ਬੇਟਾ ਰਾਮ ਹੈ। ਤੇ ਹੁਣ ਜਿਹੜੇ ਵਰ ਦਿੱਤੇ ਗਏ ਨੇ, ਕੇਕਈ ਨੂੰ ਦਿੱਤੇ ਗਏ ਨੇ ਦਸ਼ਰਥ ਦੁਆਰਾ, ਸੌਤੇਲੀ ਮਾਂ ਨੂੰ ਦਿੱਤੇ ਗਏ ਨੇ। ਕਿਹਦੇ ਬਾਰੇ? ਰਾਮ ਦੇ ਬਾਰੇ ਦਿੱਤੇ ਗਏ ਨੇ ਕਿ ਰਾਮ ਨੂੰ 14 ਸਾਲਾਂ ਦਾ ਵਨਵਾਸ ਹੋਵੇ। ਤੇ ਰਾਮ ਉਹਨਾਂ ਜਿਹੜੇ ਵਰ ਉਸਦੇ ਪਿਤਾ ਨੇ ਮਤਲਬ ਵਚਨ ਦਿੱਤੇ ਸੀਗੇ, ਉਹਨਾਂ ਨੂੰ ਪੁਗਾਉਣ ਦੇ ਲਈ ਤਿਆਰ ਹੈ। ਤਾਂ ਤੁਸੀਂ ਦੇਖੋ ਸੈਕਰੀਫਿਕੇਸ਼ਨ, ਬਲੀਦਾਨ ਦੇਖੋ ਬੇਟਾ। ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜੇ ਸਪੋਜ਼ ਕਰੋ ਪਿਤਾ ਕਰਜ਼ਾ ਲੈ ਲੇ ਨਾ, ਤੇ ਕਰਜ਼ਾ ਦੇ ਪਾਉਣ ਤੋਂ ਅਸਮਰਥ ਹੋਵੇ, ਤਾਂ ਉਹਦਾ ਸਗਾ ਪੁੱਤ ਕਹਿੰਦਾ ਹੈ ਕਿ ਮੈਂ ਕਰਜ਼ਾ ਕਿਉਂ ਦੇਵਾਂ ਪੁੱਤ, ਤੈਨੇ ਲਿਆ, ਪਿਤਾ ਤੈਨੇ ਲਿਆ ਸੀ ਬਾਪੂ ਕਰਜ਼ਾ, ਤੂੰ ਭਰ, ਮੈਂ ਕਿਉਂ ਭਰਾਂ। ਅੱਜ ਕੱਲ ਦਾ ਮਾਹੌਲ ਇਹ ਹੈ ਬੇਟਾ, ਠੀਕ ਹੈ। ਤੇ ਤੁਸੀਂ ਉਹ ਮਾਹੌਲ ਦੇਖੋ ਜਿਸ ਮਾਹੌਲ ਦੇ ਵਿੱਚ ਰਾਮਚੰਦਰ ਨੇ ਇਹ ਕਿਹਾ ਕਿ ਜੇ ਮੇਰੇ ਪਿਤਾ ਜੀ ਨੇ ਕਿਸੇ ਨੂੰ ਵਚਨ ਦੇਤੇ,
ਚਾਹੇ ਉਹ ਜਿਵੇਂ ਮਰਜ਼ੀ ਨੇ, ਮੈਂ ਉਹਨਾਂ ਵਚਨਾਂ ਨੂੰ ਪੁਗਾਊਂਗਾ। ਤਾਂ ਇਹ ਬੇਟਾ ਗੱਲਾਂ ਦੇਖੋ ਰਾਮਾਇਣ 'ਚ ਹੈਗੀਆਂ ਨੇ। ਤਾਂ ਮੈਂ ਤੁਹਾਨੂੰ ਕਹੂੰਗਾ ਕਿ ਇਹ ਸਮਝੋ ਕਿ ਕਹਾਣੀ ਕਹਿਣਾ ਕੀ ਚਾਹੁੰਦੀ ਹੈ। ਤਾਂ ਇੱਕ ਪੈਰਾ ਹੋਰ ਕਰਦੇ ਹਾਂ ਜੀ ਕਿ ਰਾਮਾ ਟਰਾਈ ਟੂ ਕੰਸੋਲ ਬੋਥ ਹਿਜ਼ ਮਦਰ ਐਂਡ ਹਿਜ਼ ਬ੍ਰਦਰ। ਤੇ ਰਾਮਾ ਨੇ ਕੋਸ਼ਿਸ਼ ਕੀਤੀ ਕਿ ਕੰਸੋਲ, ਕਿ ਉਹ ਢਾਂਡਸ ਬੰਧਾਵੇ ਆਪਣੀ ਮਾਂ ਨੂੰ ਤੇ ਆਪਣੇ ਬ੍ਰਦਰ ਨੂੰ। ਅਤੇ ਉਸਨੇ ਕਿਹਾ, ਲਕਸ਼ਮਣ ਕੰਟਰੋਲ ਯੂਰ ਐਂਗਰ ਐਂਡ ਗ੍ਰੀਫ ਔਨ ਮਾਈ ਅਕਾਊਂਟ। ਮਾਈ ਅਕਾਊਂਟ, ਔਨ ਮਾਈ ਅਕਾਊਂਟ ਦਾ ਮਤਲਬ ਮੇਰੇ ਕਰਕੇ ਤੂੰ ਆਪਣੇ ਗੁੱਸੇ ਤੇ ਕਾਬੂ ਪਾ, ਕੰਟਰੋਲ ਕਰ, ਐਂਡ ਗ੍ਰੀਫ ਦੁੱਖ ਤੇ ਕਾਬੂ ਪਾ। ਡੋਂਟ ਅਲਾਉ ਥੀਸ ਈਵਲ ਸਪਿਰਿਟਸ ਟੂ ਪੋਸੈਸ ਯੂ। ਇਹ ਜਿਹੜੀਆਂ ਬੁਰੀਆਂ ਭਾਵਨਾਵਾਂ ਤੇਰੇ ਚ ਆਈਆਂ ਨੇ, ਇਵਿਲ ਬੁਰੀਆਂ, ਸਪਿਰਿਟਸ ਭਾਵਨਾਵਾਂ, ਇਹਨਾਂ ਨੂੰ ਜਿਹੜੀਆਂ ਤੈਨੂੰ ਪੋਸੈਸ ਕਰ ਰਹੀਆਂ ਨੇ, ਤੈਨੂੰ ਬੰਨ ਰਹੀਆਂ ਨੇ, ਇਹਨਾਂ ਨੂੰ ਅਲਾਓ ਨਾ ਹੋਣ, ਇਹਨਾਂ ਨੂੰ ਅਲਾਓ ਨਾ ਕਰ, ਇਹਨਾਂ ਨੂੰ ਇਜਾਜ਼ਤ ਨਾ ਦੇ ਕਿ ਤੂੰ ਬੁਰੀਆਂ ਭਾਵਨਾਵਾਂ ਦੇ ਬੰਧਨ 'ਚ ਬਣ ਜੇ। ਹੋਲਡਿੰਗ ਫਾਸਟ ਟੂ ਧਰਮ, ਧਰਮ ਦੇ ਨਾਲ ਤੂੰ ਆਪਣੀ ਪਕੜ ਬਣਾਈ ਰੱਖ, ਧਰਮ ਦੀਆਂ ਗੱਲਾਂ ਯਾਦ ਰੱਖ। ਲੈਟ ਅਸ ਕਨਵਰਟ ਅਵਰ ਪ੍ਰੈਜ਼ੈਂਟ ਡਿਸਗ੍ਰੇਸ ਇਨਟੂ ਅ ਗ੍ਰੇਟ ਜੋਏ। ਚਲੋ ਆਪਾਂ ਜਿਹੜਾ ਹੁਣ ਇਹ ਆਪਣੇ ਤੇ ਇੱਕ ਭਾਰੀ ਵਿਪਤੀ ਆਈ ਹੈ, ਪ੍ਰੈਜ਼ੈਂਟ ਡਿਸਗ੍ਰੇਸ, ਜੋ ਹੁਣ ਮੌਕੇ ਦਾ ਇੱਕ ਦੁੱਖ ਆਇਆ ਹੈ, ਇਸ ਨੂੰ ਆਪਾਂ ਇੰਜੋਇਮੈਂਟ ਬਣਾ ਲਈਏ। ਲੈਟ ਅਸ ਫੋਰਗੇਟ ਕੋਰੋਨੇਸ਼ਨ। ਆਓ ਆਪਾਂ ਕੋਰੋਨੇਸ਼ਨ ਨੂੰ ਭੁੱਲ ਜਾਈਏ। ਕੋਰੋਨੇਸ਼ਨ ਮੈਂ ਤੁਹਾਨੂੰ ਇਹ ਕਿਹਾ ਸੀ, ਰਾਜ ਤਿਲਕ, ਆਪਾਂ ਰਾਜ ਤਿਲਕ ਨੂੰ ਭੁੱਲ ਜਾਈਏ। ਤਾਂ ਇਹ ਸਾਰੀਆਂ ਗੱਲਾਂ ਰਾਮ ਕਹਿੰਦੇ ਆ ਜੀ। ਤੇ ਬੇਟਾ ਮੈਨੂੰ ਲੱਗਦਾ ਹੈ ਕਿ ਆਪਾਂ ਅੱਜ ਕਾਫੀ ਕਰ ਲਿਆ, ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਅਨਮਿਊਟ ਕਰਦਾ। ਮੈਨੂੰ ਦੱਸੋ ਕਿ ਤੁਹਾਨੂੰ ਇਹ ਸਮਝ ਆਇਆ ਜਾਂ ਉੱਪਰੋਂ ਦੀਆਂ ਲੰਘੀਆਂ ਗੱਲਾਂ ਸਾਰੀਆਂ। ਹਾਂਜੀ, ਅਨਮਿਊਟ ਹੋ ਗਏ ਜੀ, ਦੱਸੋ ਜੀ। ਚੈਪਟਰ ਸਮਝ ਆਇਆ ਜੀ ਸਾਰਿਆਂ ਨੂੰ? ਹਾਂਜੀ ਸਰ। ਹਾਂਜੀ ਸਰ। ਹਾਂਜੀ, ਖੁਸ਼ਪ੍ਰੀਤ, ਮਨਪ੍ਰੀਤ, ਰਣਜੋਤ, ਸਿਮਰਜੀਤ। ਹਾਂਜੀ ਸਰ। ਹਾਂਜੀ ਸਰ, ਸਮਝ ਆ ਗਿਆ ਜੀ। ਹਾਂਜੀ ਸਰ। ਠੀਕ ਹੈ ਬੇਟਾ, ਵਧੀਆ ਗੱਲ ਹੈ ਜੀ, ਸਮਝ ਆ ਗਿਆ। ਆਵਾਜ਼ ਕਲੀਅਰ ਆ ਰਹੀ ਸੀ ਨਾ ਮੇਰੀ? ਹਾਂਜੀ ਸਰ। ਠੀਕ ਹੈ, ਹਾਂਜੀ ਸਰ। ਓਕੇ, ਠੀਕ ਹੈ ਜੀ। ਤੇ ਅੱਜ ਦੀ ਆਪਣੀ ਕਲਾਸ ਖਤਮ ਹੁੰਦੀ ਹੈ ਬੇਟਾ। ਕੱਲ ਨੂੰ ਆਪਾਂ ਇਸ ਨੂੰ ਕੰਟੀਨਿਊ ਕਰਾਂਗੇ, ਤੇ ਆਪਾਂ ਕੱਲ ਨੂੰ ਕੰਪਲੀਟ ਕਰ ਲਾਂਗੇ ਇਸ ਨੂੰ, ਚੈਪਟਰ ਨੂੰ। ਤੇ ਤੁਸੀਂ ਇਸ ਦੀ ਗਲੋਸਰੀ ਜ਼ਰੂਰ ਬਣਾ ਲਿਓ, ਤੇ ਬਾਕੀ ਮੈਨੂੰ ਉਸਦੀਆਂ ਪਿਕਸ ਜ਼ਰੂਰ ਭੇਜ ਦਿਓ। ਓਕੇ ਜੀ।